ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਚੋਣਾਂ ਜਿਸ ਪੜਾਅ ਵੱਲ ਵੱਧ ਰਹੀਆਂ, ਉਸ ਦੇ ਵਿੱਚ ਕੀ ਪਿੱਛੇ ਵਾਪਰਿਆ ਤੇ ਕੀ ਅੱਗੇ ਹੋਣ ਜਾ ਰਿਹਾ, ਇਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਤੇ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੀਆਂ ਜਿਹੜੇ ਚੋਣਾਂ ਦਾ ਇਤਿਹਾਸ ਦੇਖੀਏ ਤਾਂ ਉਹ ਚੋਣਾਂ ਜਿਹੜੀਆਂ ਬਿਲਕੁਲ ਪਿਛਲੇ ਜਿਹੜੀ ਇਤਿਹਾਸ ਹੈ ਉਸ ਤੋਂ ਵੱਖਰੇ ਢੰਗ 'ਚ ਹੈ ਤੇ ਵੱਖਰੀਆਂ ਦੇ 'ਚ ਧਿਰਾਂ ਜਿਹੜੀਆਂ ਉਹ ਅੱਗੇ ਉੱਭਰ ਕੇ ਆ ਰਹੀਆਂ। ਤੇ ਖਾਸ ਕਰਕੇ ਦੋ ਧਿਰਾਂ ਜਿਹੜੀਆਂ ਹੈਗੀਆਂ ਉਹ ਇਸ ਵਾਰ ਨਵੀਆਂ ਇਸ ਮੈਦਾਨ 'ਚ ਉਤਰੀਆਂ ਪੰਜਾਬ ਦੇ। ਇੱਕ ਤਾਂ ਭਾਰਤੀ ਜਨਤਾ ਪਾਰਟੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦੀ ਸੀ ਤੇ ਉਹ ਛੋਟੇ ਭਾਈਵਾਲ ਵਜੋਂ ਉਹਨਾਂ ਨਾਲ ਮਿਲ ਕੇ ਚੋਣਾਂ ਲੜਦੀ ਸੀ, ਪਰ ਇਸ ਵਾਰ ਉਹਨਾਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਤਾਂ 100 ਸੀਟਾਂ ਉੱਤੇ 117 ਸੀਟਾਂ ਉੱਤੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ ਔਰ ਉਸ ਦੇ ਲਈ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਆਪਣਾ ਗੱਠਜੋੜ ਬਣਾਇਆ। ਦੂਸਰੀ ਜਿਹੜੀ ਨਵੀਂ ਧਿਰ ਆਈ ਹੈ ਉਹ ਹੈ ਸੰਯੁਕਤ ਸਮਾਜ ਮੋਰਚਾ, ਜਿਹੜੇ ਕਿ ਹੁਣੇ ਦਿੱਲੀ ਤੋਂ ਕਿਸਾਨ ਅੰਦੋਲਨ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਏ ਆ, ਉਹਨਾਂ ਨੇ ਬਣਾਇਆ। ਤੇ ਸੋ ਇਸ ਕਰਕੇ ਤੀਸਰੀ ਧਿਰ ਇੱਕ ਜਿਹੜੀ ਆਮ ਆਦਮੀ ਪਾਰਟੀ ਉਹ 2017 ਵਿੱਚ ਦਾਖਲ ਹੋਈ ਸੀ। ਤਾਂ ਇਸ ਤੋਂ ਪਹਿਲਾਂ ਸਾਰਾ ਜਿਹੜਾ ਦੌਰ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੀ ਜਿਹੜੀ ਹੈ ਇਹ ਅਦਲਾ ਬਦਲੀ ਹੁੰਦੀ ਰਹੀ, ਸਰਕਾਰਾਂ ਬਣਦੀਆਂ ਰਹੀਆਂ, ਟੁੱਟਦੀਆਂ ਰਹੀਆਂ, ਤਾਂ ਇਹ ਦੌਰ ਰਿਹਾ। ਤਾਂ ਇਸ ਵਾਰ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਦੇ ਅੰਦਰ ਰਿਆਇਤਾਂ ਲੋਕਾਂ ਨੂੰ ਦੇਣ, ਖੈਰਾਤ ਦੇਣ, ਮੁਫਤਖੋਰੀ ਦੇ ਰਾਹ ਪਾਉਣ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ। ਮੁਕਾਬਲੇਬਾਜ਼ੀ ਹੋ ਰਹੀ ਹੈ, ਜਿਵੇਂ ਬਾਜ਼ਾਰ 'ਚ ਲੱਗਿਆ ਹੁੰਦਾ ਕੋਈ ਬੋਲੀ ਲੱਗੀ ਹੁੰਦੀ ਹੈ, ਉਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ। ਔਰ ਦੂਸਰਾ, ਧਰਮ ਨੂੰ ਉਭਾਰਿਆ ਜਾ ਰਿਹਾ, ਧਰਮ ਦੇ ਨਾਂ ਦੇ ਉੱਤੇ ਸਾਰੀ ਗੱਲਬਾਤ ਹੋ ਰਹੀ ਹੈ। ਜਿਵੇਂ ਸੁਨੀਲ ਜਾਖੜ ਉਹਨਾਂ ਨੇ ਵੀ ਪਹਿਲਾਂ ਗੱਲ ਸ਼ੁਰੂ ਕੀਤੀ, ਪਰ ਹੁਣ ਗਜਿੰਦਰ ਸਿੰਘ ਸ਼ੇਖਾਵਤ ਹੋਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ, ਉਹ ਇਸ ਗੱਲ ਨੂੰ ਬੜੇ ਵੱਡੇ ਪੱਧਰ ਤੇ ਉਭਾਰਨ ਦਾ ਯਤਨ ਕਰ ਰਿਹਾ। ਤੀਸਰਾ ਜਿਹੜਾ ਜਾਤ ਪਾਤ ਨੂੰ ਜਿਹੜਾ ਬੜਾ ਉਭਾਰਿਆ ਜਾ ਰਿਹਾ ਇਸ ਵਾਰ। ਤਾਂ ਇਹ ਸਾਰੇ ਜਿਹੜੀ ਸਥਿਤੀ ਬਣ ਰਹੀ ਹੈ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਔਰ ਇਸ ਗੱਲਬਾਤ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ, ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਤੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਤੇ ਹੱਕਾਂ ਲਈ ਲੜਨ ਵਾਲੇ ਤੇ ਉਹਦੇ ਲਈ ਖੜਨ ਵਾਲੇ ਤੇ ਉਹਦੇ ਤੇ ਪਹਿਰਾ ਦੇਣ ਵਾਲੇ ਉੱਘੀ ਸ਼ਖਸੀਅਤ ਡਾਕਟਰ ਪਿਆਰੇ ਲਾਲ ਗਰਗ ਜੀ ਨੇ। ਤੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਜੰਡੇ ਸਾਹਿਬ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਪੰਜਾਬ ਦੀ ਸਥਿਤੀ ਬਣੀ ਹੈ ਤੇ ਜਿਸ ਤਰ੍ਹਾਂ ਰਿਆਇਤਾਂ ਦਾ ਬੜਾ ਦੌੜ ਲੱਗੀ ਹੋਈ ਹੈ ਕਿ ਕੌਣ ਵੱਧ ਦੇ ਸਕਦਾ ਹੈ, ਤੇ ਦੂਸਰਾ ਧਰਮ ਦੇ ਮਾਮਲੇ ਨੂੰ ਜਿਸ ਤਰ੍ਹਾਂ ਉਭਾਰਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਨਹੀਂ ਆਈ ਕਿ ਕੋਈ ਸਿੱਖ ਦੀ ਗੱਲ ਕਰੇ, ਕੋਈ ਹਿੰਦੂ ਦੀ ਗੱਲ ਕਰੇ, ਕੋਈ ਦਲਿਤ ਦੀ ਗੱਲ ਕਰੇ। ਤਾਂ ਹਮੇਸ਼ਾ ਹੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਇਤਿਹਾਸ ਰਿਹਾ 1947 ਤੋਂ ਬਾਅਦ, ਜਦੋਂ ਵੰਡ ਤੋਂ ਬਾਅਦ ਸਾਡੇ ਜਿਹੜੇ ਮੁੱਖ ਮੰਤਰੀ ਸੀ ਉਹ ਹਿੰਦੂ ਭਾਈਚਾਰੇ 'ਚ ਰਹਿ ਜ਼ਿਆਦਾ। ਔਰ ਫਿਰ ਜਦੋਂ 1966 ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਬਣਦਾ ਹੈ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ ਔਰ ਉਹਦੇ ਵਿੱਚ ਜਿਸ ਤਰ੍ਹਾਂ ਸਿੱਖ ਬਹੁ ਗਿਣਤੀ ਵਾਲਾ ਸੂਬਾ ਹੋਣ ਕਰਕੇ ਤਾਂ ਉਹ ਸਿੱਖ ਚਿਹਰਾ ਹੀ ਅੱਗੇ ਆਉਂਦਾ ਰਿਹਾ। ਤਾਂ ਇਸ ਦੇ ਵਿੱਚ ਕਦੀ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਈ, ਨਾ ਕਿਸੇ ਨੇ ਕੀਤੀ ਸੀ ਪਹਿਲਾਂ ਕਿ ਕੋਈ ਸਿੱਖ ਹੈ, ਹਿੰਦੂ ਹੈ ਜਾਂ ਦਲਿਤ ਹੈ। ਪਰ ਇਸ ਵਾਰ ਇਹ ਸਾਰਾ ਕੁਝ ਵਾਪਰਿਆ। ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਜੰਡੇ ਸਾਹਿਬ, ਤੁਸੀਂ ਬਿਲਕੁਲ ਸਹੀ ਬਰੀਫ ਕਰਿਆ ਹੈ। ਜਿਹੜਾ ਸੰਖੇਪ ਜੋ ਇਤਿਹਾਸ ਅਸੀਂ ਦੇਖਦੇ ਹਾਂ, 3 ਮੁੱਖ ਮੰਤਰੀ ਹਿੰਦੂ ਰਹੇ ਪਹਿਲਾਂ, 66 ਤੋਂ ਪਹਿਲਾਂ, 1/11/66 ਤੋਂ ਪਹਿਲਾਂ। ਉਸ ਤੋਂ ਬਾਅਦ ਜੇ ਗਿਆਨੀ ਜੈਦ ਸਿੰਘ ਰਾਮਗੜੀਆ ਉਸ ਤੋਂ ਆਏ ਤਾਂ ਵੀ ਉਹਨਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਵੀ ਰਾਮਗੜੀਏ ਚੋਂ ਆਏ ਨੇ, ਉਹ ਕਾਂਗਰਸ ਦੇ ਮੁੱਖ ਮੰਤਰੀ ਸੀਗੇ। ਜਾਤ ਪਾਤ ਦਾ ਸਵਾਲ ਨਹੀਂ, ਬੈਕਵਰਡ ਕਲਾਸ ਨਹੀਂ ਕਹਿ ਕੇ ਲਿਆ ਗਿਆ ਉਹਨਾਂ ਨੂੰ। ਪਰ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਅਸੀਂ ਜੀ ਭਾਜਪਾ ਨੇ ਕਿਹਾ ਸੀ ਸ਼ੈਡਿਊਲਡ ਕਾਸਟਾਂ ਚੋਂ ਮੁੱਖ ਮੰਤਰੀ ਬਣਾਵਾਂਗੇ, ਫਿਰ ਅਕਾਲੀ ਦਲ ਨੇ ਕਹਿਤਾ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ, ਇੱਦਾਂ ਹੀ ਆਪ ਵਾਲਿਆਂ ਨੇ ਕੁਛ ਕਹਿਤਾ, ਇੱਦਾਂ ਹੀ ਕਾਂਗਰਸ ਨੇ ਕਹਿਤਾ। ਕਾਂਗਰਸ ਨੇ ਪ੍ਰੈਕਟੀਕਲੀ ਫਿਰ ਬਣਾ ਵੀ ਦਿੱਤਾ। ਇਹ ਜਾਤ ਪਾਤ ਦਾ ਸਿੱਧਾ ਇਹ ਸੀਗਾ। ਕੋਈ ਕਹਿ ਸਕਦਾ ਨਹੀਂ ਜੀ ਸ਼ੈਡਿਊਲਡ ਕਾਸਟ ਅਫਸਰ ਬਥੇਰੇ ਰਹੇ ਨੇ, ਮੰਤਰੀ ਬਥੇਰੇ ਰਹੇ ਨੇ, ਉਹਨਾਂ ਨੇ ਕਿੰਨਾ ਕੁ ਸ਼ੈਡਿਊਲਡ ਕਾਸਟਾਂ ਦਾ ਕਰਿਆ ਉਹ ਵੀ ਸਭ ਦੇ ਸਾਹਮਣੇ ਹੈ। ਜਿਹੜਾ ਸ਼ੈਡਿਊਲਡ ਕਾਸਟ ਸਕਾਲਰਸ਼ਿਪ ਦਾ ਝਗੜਾ ਹੈ ਉਹ ਤਾਂ ਮੰਤਰੀ ਸ਼ੈਡਿਊਲਡ ਕਾਸਟ ਹੀ ਸੀ ਜਿਹਦੇ ਵੇਲੇ ਇਹ ਘਪਲਾ ਹੋਇਆ। ਤੇ ਦੂਜੀ ਗੱਲ, ਚੰਨੀ ਸਾਹਿਬ ਟੈਕਨੀਕਲ ਐਜੂਕੇਸ਼ਨ ਮਹਿਕਮੇ ਦੇ ਮੰਤਰੀ ਸੀ, ਖੁਦ ਸ਼ੈਡਿਊਲਡ ਕਾਸਟ, ਉਹਨਾਂ ਦੇ ਮਹਿਕਮੇ ਸਭ ਤੋਂ ਵੱਡਾ ਘਪਲਾ ਹੋਇਆ। ਔਰ ਉਹ ਸਕਾਲਰਸ਼ਿਪ ਜਿਹੜਾ ਜਾਂਦਾ ਸੀ ਉਹ ਜਾਂਦਾ ਹੀ ਮਹਿਕਮਾ ਲਿਸਟ ਭੇਜਦਾ ਕਿ ਉਹ ਵੈਲਫੇਅਰ ਵਿਭਾਗ ਹੈ ਜਿਹੜਾ
ਭਲਾਈ ਵਿਭਾਗ ਉਹ ਤਾਂ ਸਿਰਫ ਪੈਸੇ ਭੇਜ ਦਿੰਦਾ ਮਹਿਕਮੇ ਨੂੰ ਭੇਜਦਾ ਪੈਸੇ ਉਹ ਜੀ, ਤੇ ਮਹਿਕਮੇ ਨੇ ਗਾਹਾਂ ਭੇਜਣੇ ਹੁੰਦੇ ਨੇ। ਸੋ ਇਹਦਾ ਮਤਲਬ ਹੈ ਵੀ ਚੰਨੀ ਸਾਹਿਬ ਤਾਂ ਆਪਦੇ ਟੈਕਨੀਕਲ ਇਸ਼ੂ ਸਭ ਤੋਂ ਜ਼ਿਆਦਾ ਘਪਲਾ ਹੋਇਆ, ਉਹ ਇਹ ਹੱਲ ਨਹੀਂ ਕਰ ਸਕੇ। ਹੈਗੇ ਤਾਂ ਸ਼ਡਿਊਲ ਕਾਸਟ ਹੀ ਸੀਗੇ ਨਾ। ਸੋ ਇਸ ਕਰਕੇ ਉਹ ਜਿਹੜਾ ਪੱਖ ਹੈ, ਬੜੇ IAS ਅਫਸਰ ਸ਼ਡਿਊਲ ਕਾਸਟ ਰਹੇ ਨੇ, ਜਿਹੜੇ ਹੁਣ 2 BJP 'ਚ ਹੈਗੇ ਨੇ, ਸੋਮ ਪ੍ਰਕਾਸ਼ ਜੀ ਤੇ ਆਪਣਾ ਲੱਦੜ ਸਾਹਿਬ, ਇਹ ਦੋਨੇ ਉੱਚੇ ਅਹੁਦਿਆਂ ਤੇ ਰਹੇ ਨੇ, DC ਰਹੇ ਨੇ ਕਿੰਨੇ ਜ਼ਿਲ੍ਹਿਆਂ 'ਚ DC ਰਹੇ ਨੇ। ਫਿਰ ਉਦੋਂ ਕਿਉਂ ਨਾ ਇਹਨਾਂ ਨੇ ਹੱਲ ਕਰ ਲਿਆ। ਸੋ ਇਸ ਕਰਕੇ ਕਿਸੇ ਨੂੰ ਜਾਤ ਪਾਤ ਦੇ ਲੈਵਲ ਤੇ ਅਸੀਂ ਸੋਚੀਏ ਕੋਈ ਹੱਲ ਹੋ ਜਾਊਗਾ। 5% ਲੋਕਾਂ ਨੂੰ ਸ਼ਡਿਊਲ ਕਾਸਟ ਨਾਲ ਬੈਨੀਫਿਟ ਮਿਲਿਆ, ਬਾਕੀ ਨੂੰ ਤਾਂ ਕੋਈ ਬੈਨੀਫਿਟ ਹੀ ਨਹੀਂ ਮਿਲਿਆ। ਲੋਕਾਂ ਨੂੰ ਰਾਹਤ ਹੀ ਨਹੀਂ ਮਿਲੀ, ਨੌਕਰੀਆਂ ਮਿਲੀਆਂ ਹੀ ਨਹੀਂ। ਉਹੀ ਪਰਿਵਾਰ ਨੇ ਜਿਹੜੇ ਆਪਸ ਵਿੱਚ ਸਿਆਸਤ ਵੀ ਉਹੀ ਕਰਦੇ ਨੇ, ਨੌਕਰੀਆਂ ਵੀ ਉਹੀ ਲੈਂਦੇ ਨੇ, ਰਾਜ ਵੀ ਉਹੀ ਕਰਦੇ ਨੇ ਸ਼ਡਿਊਲ ਕਾਸਟਾਂ 'ਚ ਵੀ। ਵੈਸੇ ਤਾਂ ਦੂਜਿਆਂ 'ਚ ਵੀ ਉਹੀ ਨੇ, ਪਰਿਵਾਰਵਾਦ 'ਚੋਂ ਹੀ ਆ ਰਿਹਾ ਹੁਣ ਤਾਂ ਸਭ ਕੁਝ। ਇੱਕ ਤਾਂ ਇਹ ਹੈ। ਦੂਜੇ ਪੱਖ ਜਿਹੜਾ ਤੁਸੀਂ ਕਿਹਾ ਵੀ ਧਰਮ ਦੇ ਨਾਂ ਤੇ, ਇਸ ਵਾਰੀ ਧਰਮ ਨੂੰ ਵੀ ਬਿਲਕੁਲ ਠੀਕ ਕਿਹਾ ਤੁਸੀਂ। ਪੰਜਾਬੀ ਸੂਬਾ ਮਿਲਣ ਦੇ ਬਾਵਜੂਦ ਕਦੇ ਇਹ ਨਹੀਂ ਹੋਇਆ ਸੀ ਵੀ ਸਿੱਖਾਂ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ। ਅਕਾਲੀ ਦਲ BJP ਵੋਟ ਮੰਗਦਾ ਸੀ ਜਾਂ ਕਾਂਗਰਸ ਮੰਗਦੀ ਸੀ, ਪਾਰਟੀ ਦੇ ਨਾਂ ਤੇ ਵੋਟ, ਪਾਰਟੀ ਦੇ ਤੌਰ ਤੇ ਵੋਟ ਮੰਗਦੇ ਸੀ, ਨਾ ਕਿ ਵੀ ਸਿੱਖ ਜਾਂ ਹਿੰਦੂ ਦੇ ਤੌਰ ਤੇ। ਉਹ ਜਿਹੜਾ ਇਹ ਪਹਿਲੀ ਵਾਰੀ ਹੋਇਆ ਕਿ ਵੀ BJP ਕਹਿੰਦੀ ਹੈ ਅਸੀਂ ਹਿੰਦੂਆਂ ਦੇ ਤੌਰ ਤੇ ਈਵਨ ਅਕਾਲੀ ਦਲ ਵੀ ਥੋੜਾ ਜਿਹਾ, ਹਾਲਾਂਕਿ ਅਕਾਲੀ ਦਲ ਨੇ ਹੁਣ ਕਦੇ ਸਿੱਖਾਂ ਦੇ ਤੌਰ ਤੇ ਨਹੀਂ ਮੰਗੀ ਵੋਟ, ਐਵੇਂ ਕਹਿੰਦਾ ਮੈਂ, ਜਾਂ ਬਾਕੀ ਜੋ ਮਰਜ਼ੀ ਕਹਿਣ ਉਹ ਅਜੇ ਵੀ ਅਕਾਲੀ ਦਲ ਦੇ ਤੌਰ ਤੇ ਮੰਗ ਰਹੇ ਨੇ। ਪਰ BJP ਪੱਕੀ ਹਿੰਦੂਆਂ ਦੇ ਨਾਂ ਤੇ ਵੋਟ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਵੀ ਡਾਕਟਰ ਸਾਹਿਬ ਕਿ ਜਿਹੜੀ ਅੰਮ੍ਰਿਤਸਰ ਜਦੋਂ ਕੇਜਰੀਵਾਲ ਹੋਣੀ ਆਇਆ ਸੀ ਤਾਂ ਉਹ ਐਲਾਨ ਕਰਕੇ ਗਏ ਕਿ ਅਸੀਂ ਸਿੱਖ ਚਿਹਰਾ ਦੇਵਾਂਗੇ, ਉਹਨਾਂ ਵੀ ਇਸ ਤੋਂ ਗੱਲ ਸ਼ੁਰੂ ਕੀਤੀ ਆਪਦੀ। ਨਹੀਂ ਮੈਂ ਆ ਰਿਹਾ ਉਸ ਤੇ, ਉਹ ਕੀ ਹੈ, ਠੀਕ ਹੈ ਤੁਸੀਂ, ਉਹ ਜਿਹੜਾ ਵੀ ਅਸੀਂ ਸਿੱਖ ਚਿਹਰਾ ਦੇਵਾਂਗੇ, ਮੈਂ ਇਹੀ ਗੱਲ ਕਰਨੀ ਸੀ, ਤੁਸੀਂ ਵਧੀਆ ਕਰਿਆ ਕੁਐਸਚਨ ਕਰਤਾ। ਇਹ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਅਸੀਂ ਸਿੱਖ ਚਿਹਰਾ ਦੇਵਾਂਗੇ, ਉਹ ਪਿੱਛੋਂ ਇਸ ਗੱਲ ਚੋਂ ਡਰੇ ਹੋਏ ਸੀ ਵੀ ਉਹ ਸਾਰੇ ਰੌਲਾ ਪਾਉਂਦੇ ਸੀ ਉਹਨਾਂ ਦੇ ਖਿਲਾਫ ਕਿ ਜੀ ਕੇਜਰੀਵਾਲ ਆਪ ਬਣਨਾ ਚਾਹੁੰਦਾ ਜਾਂ ਆਪਣੀ ਘਰ ਵਾਲੀ ਨੂੰ ਬਣਾਉਣਾ ਚਾਹੁੰਦਾ। ਹੁਣ ਜਦ ਉਹਨੇ ਕਹਿੰਦਾ ਸਿੱਖ ਚਿਹਰਾ ਦੇਵਾਂਗੇ ਤਾਂ ਘੱਟੋ ਘੱਟ ਆਪ ਔਰ ਘਰ ਵਾਲੀ ਦਾ ਇੱਕ ਕਿਸਮ ਨਾਲ, ਜਿਵੇਂ ਪਿਛਲਾ ਇਹਨੇ ਕਲੀਅਰ ਨਹੀਂ ਕਰਿਆ ਸੀ, ਪਿੱਛੇ ਲੋਕਾਂ ਨੂੰ ਸੀਗਾ ਔਰ ਲੱਗਦਾ ਵੀ ਸੀ ਵੀ ਸ਼ਾਇਦ ਆਪ ਹੀ ਬਣੇ। ਐਤਕੀ ਉਹਨੇ ਇਹ ਕਰਨ ਦੀ ਕੋਸ਼ਿਸ਼ ਕਰੀ, ਹਾਲਾਂਕਿ ਭਗਵੰਤ ਮਾਨ ਨੂੰ ਬਹੁਤ ਲੇਟ ਆ ਕੇ ਡਿਕਲੇਅਰ ਕਰਿਆ, ਕਿਉਂਕਿ ਉਮੀਦ ਕਰਦੇ ਰਹੇ ਵੀ ਸ਼ਾਇਦ ਸੁਖਪਾਲ ਖਹਿਰੇ ਨੂੰ ਤਾਂ ਖੈਰ ਕੀ ਜਾਣਾ ਸੀ, ਨਵਜੋਤ ਸਿੱਧੂ ਸ਼ਾਇਦ ਸਾਡੇ ਵੱਲ ਆ ਜੇ ਜਾਂ ਰਾਜੇਵਾਲ ਨਾਲ ਕੋਈ ਸਮਝੌਤਾ ਹੋ ਜੇ। ਸੋ ਉਹ ਨਹੀਂ ਹੋਇਆ ਉਹਨਾਂ ਦੀ ਆਪਦੀ, ਕਿਉਂਕਿ ਜਿਹੜੇ ਆਪ ਹੈ ਉਹ ਕਿਹੜਾ ਬਈ ਕੇਜਰੀਵਾਲ ਕਿਹੜਾ ਬੜਾ ਸਿੱਧੀ ਖੀਰ ਹੈ। ਸੋ ਇਸ ਕਰਕੇ ਇੱਕ ਇਹ ਨਵਾਂ, ਇੱਕ ਜਿਹੜਾ ਤੁਸੀਂ ਕਿਹਾ ਜਿਵੇਂ ਐਤਕੀ 5 ਗਰੁੱਪ, ਪਹਿਲਾਂ ਕਦੇ ਆਏ ਨਹੀਂ ਹੋਏ ਜੀ, ਪਹਿਲੀ ਗੱਲ ਤਾਂ ਇੰਨੇ ਗਰੁੱਪ, ਹੁਣ ਤਾਂ 5 ਖੜੇ ਨੇ ਨਾ, ਅੱਗੇ ਟੁੱਟ ਫੁੱਟ ਪਾਰਟੀਆਂ ਤਾਂ ਬਹੁਤ ਖੜਦੀਆਂ ਸੀ, ਪਰ ਏਦਾਂ 5 ਧਿਰਾਂ ਨਹੀਂ ਬਣ ਕੇ ਖੜੀਆਂ ਸੀ ਕਦੇ। ਜਾਂ 2017 ਚ 3 ਬਣੀਆਂ ਬਸ, ਪਹਿਲਾਂ 2 ਹੁੰਦੀਆਂ ਸੀ, ਇਹ 5 ਬਣ ਗਈਆਂ, ਕੱਲ ਨੂੰ 7 ਵੀ ਬਣ ਸਕਦੀਆਂ ਨੇ। ਹੁਣ ਐ ਤਾਂ ਹਿਸਾਬ ਜੇ ਲਾਈ ਜਾਈਏ। ਸੋ ਉਹਦਾ ਮਤਲਬ ਹੁੰਦਾ ਜਿੰਨੀ ਫਰੈਗਮੈਂਟੇਸ਼ਨ ਹੁੰਦੀ ਹੈ ਉਹਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਪਰ ਵੱਡਾ ਨੁਕਸਾਨ ਹੁੰਦਾ, ਕਿਉਂਕਿ ਜਦ ਫਰੈਗਮੈਂਟੇਸ਼ਨ ਬਹੁਤ ਹੋ ਜੇ ਤਾਂ ਆਪਸੀ ਝਗੜੇ ਹੋ ਕੇ ਇੱਕ ਪਾਸੇ ਹੋਣਾ, ਕੋਈ ਫੈਸਲਾ ਕਰਨਾ, ਫਿਰ ਇੱਕ ਦੂਜੇ ਨੂੰ ਨਾ ਹਰਾਉਣ ਦੇ, ਇੱਕ ਦੂਜੇ ਦੇ ਉੱਤੋਂ ਦੀ ਹੋਣ ਦੀ ਗੱਲ ਜ਼ਿਆਦਾ ਹੋ ਜਾਂਦੀ ਹੈ। ਉਹੀ ਆਪਾਂ ਦੇਖ ਰਹੇ ਹਾਂਗੇ, ਕਿਸੇ ਨੇ ਵੀ ਮੈਨੀਫੈਸਟੋ ਨਹੀਂ ਐਤਕੀ ਜਾਰੀ ਕਰਿਆ ਉਸ ਤਰੀਕੇ ਦਾ, ਪਰਚੇ ਜਾਰੀ ਕਰੇ ਨੇ, ਕੋਈ ਇਕਰਾਰਨਾਮਾ ਜਾਰੀ ਕਰ ਰਿਹਾ, ਕੋਈ ਸੰਕਲਪ ਇਕਰਾਰਨਾਮਾ, ਕੋਈ 13 ਪੁਆਇੰਟ, ਕੋਈ 25 ਪੁਆਇੰਟ, ਕੋਈ ਸੰਕਲਪ ਪੱਤਰ। ਇਹ ਜਿਹੜਾ ਇੱਕ ਨਵਾਂ ਟ੍ਰੈਂਡ ਆ ਗਿਆ ਇਸ ਵਾਰ ਦੀਆਂ ਚੋਣਾਂ 'ਚ, ਜਿਹੜਾ ਕਿਤੇ ਨਾ ਕਿਤੇ ਸ਼ਾਇਦ ਆਪਾਂ ਜੇ ਡਿਸਕਸ ਕਰੀਏ ਜੋ ਨਵੇਂ ਟ੍ਰੈਂਡ ਦੀ ਆਪਾਂ ਗੱਲ ਕਰਦੇ ਹਾਂ, ਇੱਕ ਤਾਂ ਇੰਨਾ ਪਹਿਲਾਂ ਕਦੀ ਵੀ ਨਹੀਂ ਹੋਇਆ ਵੀ ਪਾਰਟੀ ਦਾ ਟਿਕਟ ਨਾ ਮਿਲੇ ਤੇ ਛਾਲ ਮਾਰ ਕੇ ਹਰੇਕ ਹੀ ਬੰਦਾ ਦੂਜੇ ਜਾਣ ਨੂੰ ਤਿਆਰ ਹੋਵੇ। ਹੁਣ ਸਾਰੀਆਂ ਪਾਰਟੀਆਂ 'ਚੋਂ ਸਨੇ ਸੰਯੁਕਤ ਕਿਸਾਨ ਮੋਰਚਾ ਟਿਕਟ ਨਾ ਮਿਲਣ ਤੇ ਲੋਕ ਛਾਲਾਂ ਮਾਰ ਕੇ ਗਏ ਨੇ, ਐਡੀ ਬੇਸ਼ਰਮੀ ਕਦੇ ਨਹੀਂ ਹੋਈ ਸੀ। ਇਹ ਵੀ ਗੱਲ ਲੱਗ ਰਹੀ ਹੈ ਕਿ ਜਿਵੇਂ ਸਾਰੀ ਸਿਆਸਤ ਜਿਹੜੀ ਹੈ ਉਹ ਸਿਧਾਂਤਹੀਨ, ਮੁੱਦਾਹੀਨ, ਉਹ ਸਾਰਾ ਕੁਝ ਪਾਸੇ ਹੋ ਕੇ ਕਿਤੇ ਪ੍ਰਤੀਬੱਧਤਾ, ਉਹ ਸਾਰੇ ਤੋਂ ਜਾ ਕੇ ਕਿਤੇ ਨਿੱਜ ਨਾਲ ਹੀ ਜੁੜ ਗਈ ਲੱਗਦੀ। ਹਾਂ, ਮੈਂ ਇਸੇ 'ਚ ਆ ਰਿਹਾ, ਟਿਕਟ ਤੋਂ ਇੱਕ ਤਾਂ ਦੂਜੇ ਪਾਸੇ ਪਾਰਟੀਆਂ ਨੂੰ ਝਿਜਕ ਹੁੰਦੀ ਵੀ ਯਾਰ ਅਸੀਂ ਦਲ ਬਦਲੂ ਨੂੰ ਕਿਉਂ ਲਈਏ ਵੀ ਟਿਕਟ ਨਹੀਂ ਮਿਲੀ ਤਾਂ। ਹੁਣ ਜਿਹਨੂੰ ਟਿਕਟ ਨਹੀਂ ਮਿਲੀ ਉਹਨੂੰ ਫਟਾਫਟ ਲੈ ਲੈਂਦੇ ਤੇ ਨਾਲ ਦੀ ਨਾਲ ਟਿਕਟ ਦੇ ਦਿੰਦੇ ਨੇ। ਇਹਦਾ ਮਤਲਬ ਪਾਰਟੀਆਂ ਨੂੰ ਵੀ ਕੋਈ ਸੰਗ ਸ਼ਰਤ ਨਹੀਂ ਰਹੀ, ਕੋਈ ਲੋਕਾਂ ਦਾ ਡਰ ਨਹੀਂ ਰਿਹਾ। ਇਹਦੇ 'ਚ ਇੱਕ ਦਿਲਚਸਪ ਹੈਗੀ ਗੱਲ ਜਿਹੜੀ ਹਰਗੋਬਿੰਦਪੁਰ ਦੀ, ਕਿ ਉਹ ਬਲਵਿੰਦਰ ਲਾਡੀ ਜਿਹੜਾ ਹੈ ਉਹ ਪਹਿਲਾਂ ਕਾਂਗਰਸ ਦਾ ਵਿਧਾਇਕ ਸੀ, ਉਹ ਭਾਜਪਾ ਚਲੇ ਗਿਆ, ਭਾਜਪਾ ਤੋਂ ਫਿਰ ਵਾਪਸ ਕਾਂਗਰਸ 'ਚ ਆ ਗਿਆ ਤੇ ਕੱਲ ਫਿਰ ਉਹ ਵਾਪਸ ਚਲਾ ਗਿਆ। ਏਦਾਂ ਹੀ ਜਿਹੜਾ ਬਾਜਵਾ ਹੈ ਉਹ ਕਾਂਗਰਸ 'ਚ ਜਿੱਤਦਾ ਰਿਹਾ, ਹੁਣ ਉਹਦਾ ਭਰਾ ਕਾਂਗਰਸ 'ਚ ਹੈ,
ਰਿਸ਼ਤੇਦਾਰ ਕਾਂਗਰਸ ਨੇ, ਹੁਣ ਉਹ ਛਾਲ ਮਾਰ ਕੇ ਬੀਜੇਪੀ ਚਲਾ ਗਿਆ, ਕਹਿੰਦਾ ਬੀਜੇਪੀ ਪਾਰਟੀ ਬਹੁਤ ਵਧੀਆ, ਹੁਣ ਉਹਦੇ ਗੁਣੀ ਗਾਉਣ ਲੱਗ ਗਿਆ। ਜੇ ਆਪਾਂ ਇਹ ਦੇਖੀਏ, ਆ ਜਿਹੜੀ ਬਲਾਚੌਰ ਗੜਸ਼ੰਕਰ ਤੋਂ ਜਿਹਨੂੰ ਟਿਕਟ ਨਹੀਂ ਮਿਲੀ, ਉਹ ਬੀਬੀ ਛਾਲ ਮਾਰ ਕੇ ਦੂਜੇ ਪਾਸੇ ਨਾਲ ਦੀ ਨਾਲ ਚਲੀ ਗਈ। ਪਹਿਲਾਂ ਇੱਧਰੋਂ ਕਾਂਗਰਸ ਚੋਂ ਟਿਕਟ ਦੀ ਚਾਹਵਾਨ ਸੀ, ਆਪ ਵਾਲਿਆਂ ਦਾ ਸੰਘਾ, ਉਹਨੂੰ ਟਿਕਟ ਨਹੀਂ ਮਿਲੀ ਮੋਗੇ ਤੋਂ, ਸੰਯੁਕਤ ਸਮਾਜ ਮੋਰਚੇ ਚ ਆ ਗਿਆ ਛਾਲ ਮਾਰ ਕੇ। ਤੋ ਇਸ ਕਰਕੇ ਬੀਐਸਪੀ ਦੇ ਟੁੱਟ ਕੇ ਆ ਖੁਸ਼ੀ ਰਾਮ ਹੋਰੀ ਉਹ ਸੰਯੁਕਤ ਸਮਾਜ ਮੋਰਚੇ ਨਾਲ ਸਾਂਝ ਬਣਾ ਲਈ ਉਹਨਾਂ ਨੇ। ਸੋ ਆਪਾਂ ਜਿੱਥੇ ਵੀ ਦੇਖਾਂਗੇ, ਪ੍ਰੇਮ ਚੰਦੂਆ ਜਿਹੜੇ ਦਾ ਰਿਸ਼ਤੇਦਾਰ, ਉਹ ਸੰਯੁਕਤ ਸਮਾਜ ਮੋਰਚੇ ਤੋਂ ਟਿਕਟ ਲੈ ਗਏ ਸੀ, ਉਹ ਤਾਂ ਫਿਰ ਵਾਪਸ ਕਰਨੀ ਪਈ। ਏਦਾਂ ਹੀ ਬੀਜੇਪੀ ਜੋ ਇੱਕ ਬੰਦਾ ਟਿੱਲੂ ਹੈ, ਜਿਹਨੇ ਜਦ JNU ਦੇ ਸਟੂਡੈਂਟਸ ਨੇ ਦੇ ਉੱਤੇ ਕਹਿਰ ਚੱਲ ਰਿਹਾ ਸੀ, ਉੱਥੇ ਜਿਹੜੇ ਅਦਾਲਤ ਚ ਕੁੱਟੇ ਗਏ ਸੀ ਸਟੂਡੈਂਟ, ਉਹ ਕੁੱਟਣ ਵਾਲਿਆਂ ਚ ਸੀ ਟਿੱਲੂ। ਹੁਣ ਜਦ ਮੋਦੀ ਦੀ ਰੈਲੀ ਪੰਜਾਬ ਚ ਹੋਈ ਆ, ਉਦੋਂ ਬੱਸਾਂ ਭਰ ਕੇ ਲੈ ਕੇ ਗਿਆ, ਉਹ ਬੀਜੇਪੀ ਚੋਂ ਨਿਕਲ ਕੇ ਆ ਗਿਆ ਸੰਯੁਕਤ ਸਮਾਜ ਮੋਰਚੇ ਚ, ਉਹਨਾਂ ਨੇ ਟਿਕਟ ਦਿੱਤੀ। ਸੋ ਇਹ ਜਿਹੜਾ ਸਾਡਾ ਇੱਕ ਤਾਂ ਜੋ ਤੁਸੀਂ ਸਹੀ ਕਿਹਾ ਹੈ ਕਿ ਹੁਣ ਨਾ ਤਾਂ ਸਿਧਾਂਤ ਦੀ ਗੱਲ ਰਹੀ ਹੈ, ਨਾ ਪਾਰਟੀ ਦੇ ਅਨੁਸ਼ਾਸਨ ਦੀ ਗੱਲ ਰਹੀ ਹੈ, ਨਾ ਕੋਈ ਹੋਰ, ਸਿਰਫ ਇੱਕ ਟਿਕਟ ਨਾਲ ਵੱਧ ਗਏ। ਮਤਲਬ ਇੰਨਾ ਜ਼ਿਆਦਾ ਸਾਡਾ ਸਿਆਸਤਦਾਨ ਥੱਲੇ ਆ ਗਿਆ ਵੀ ਬਸ ਮੈਨੂੰ ਟਿਕਟ ਚਾਹੀਦੀ ਹੈ, ਜਿਵੇਂ ਉਹਨੇ ਸਾਰਾ, ਹੁਣ ਉਹ ਟਿਕਟ ਚਾਹੀਦੀ ਕਿਉਂ ਹੈ? ਟਿਕਟ ਕੋਈ ਸੁਧਾਰ ਵਾਸਤੇ ਨਹੀਂ ਚਾਹੀਦੀ। ਵੈਸੇ ਵੀ ਡਾਕਟਰ ਸਾਹਿਬ ਚੋਣ ਪ੍ਰਚਾਰ ਵੀ ਇਸ ਵਾਰ ਬਹੁਤ ਹੀ ਨਵਾਨਾ ਹੋ ਰਿਹਾ, ਜਿਸ ਕਿਸਮ ਦੀ ਦੋਸ਼ ਇੱਕ ਦੂਸਰੇ ਤੇ ਲੱਗ ਰਹੇ ਆ, ਜਿਸ ਤਰ੍ਹਾਂ ਦੇ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ, ਇਹ ਵੀ ਸਾਰਾ ਗਿਰਾਵਟ ਹੈ। ਸਹੀ ਗੱਲ ਹੈ, ਬਹੁਤ ਹੈ। ਪਰ ਇਹ ਟਿਕਟ ਐਂ ਕਿਉਂ ਛਾਲਾ ਮਾਰ ਰਹੇ ਨੇ? ਆਪਾਂ ਇਸ ਗੱਲ ਨੂੰ ਥੋੜਾ ਜਿਹਾ ਦੇਖਣ ਦੀ ਲੋੜ ਹੈ। ਜਿਹੜੇ ਆਮ ਤੌਰ ਤੇ ਜਿੰਨੇ ਐਨਾਲਿਸਿਸ ਤੁਸੀਂ ਦੇਖੋਗੇ ਕਰਦੇ, ਜੀ ਇਹ ਛਾਲਾਂ ਕਿਉਂ ਮਾਰ ਰਹੇ ਨੇ? ਤਾਂ ਮਾਰ ਰਹੇ ਨੇ, ਇਹ ਛਾਲਾਂ ਜ਼ਿਆਦਾ ਤਾਂ ਵੱਧ ਗਈਆਂ, ਤੁਸੀਂ 90 ਤੋਂ ਪਹਿਲਾਂ ਇਹ ਜਿਹੀ ਹਿਸਟਰੀ ਨਹੀਂ ਦੇਖੋਗੇ। ਤਲਵੰਡੀ ਨਾਰਾਜ਼ ਹੋ ਕੇ ਬਹਿ ਗਿਆ, ਪਰ ਤਲਵੰਡੀ ਨੇ ਛਾਲ ਮਾਰ ਕੇ ਦੂਜੀ ਪਾਰਟੀ 'ਚ ਨਹੀਂ ਗਿਆ। ਟੌਹੜਾ ਸਾਹਿਬ ਨੇ ਆਪਦਾ ਸਰਵ ਹਿੰਦ ਅਕਾਲੀ ਦਲ ਬਣਾ ਲਿਆ, ਪਰ ਉਹ ਕਾਂਗਰਸ 'ਚ ਨਹੀਂ ਗਿਆ ਜਾਂ ਬੀਜੇਪੀ 'ਚ ਨਹੀਂ ਗਿਆ। ਇਹਨੂੰ ਆਪਾਂ ਐਂ ਦੇਖਣ ਦੀ ਲੋੜ ਹੈ ਜੀ। ਸੋ ਇਹ ਹੁਣ ਜਿਹੜਾ ਫਿਨੋਮੀਨਾ ਨਵਾਂ ਆਇਆ, ਕਿਉਂ ਆਇਆ? ਇਹ ਵਰਤਾਰਾ ਨਵਾਂ ਕਿਉਂ ਆਇਆ? ਨਵਾਂ ਵਰਤਾਂ ਤੇ ਸਿਰਜਾ ਤਾਂ ਗਿਆ ਹੈ ਕਿ ਅੱਜ ਜਿਹੜਾ ਕਾਰਪੋਰੇਟ ਸੈਕਟਰ ਹੈ, ਅੱਗੇ ਕਾਰਪੋਰੇਟ ਸੈਕਟਰ ਸੀਗਾ ਜਿਹੜਾ, ਉਹ ਇਕਨੋਮਿਕ ਆਰਥਿਕ ਤੌਰ ਤੇ ਰਾਜ ਕਰਦਾ ਸੀ ਜੀ, ਤੇ ਸਿਆਸੀ ਰਾਜ ਕਰਦੀਆਂ ਸੀ ਪੋਲੀਟੀਕਲ ਪਾਰਟੀਆਂ। ਉਹ ਇਕਨੋਮਿਕ ਰਾਜ ਨਹੀਂ ਕਰਦੀਆਂ ਸੀ, ਯਾਨੀ ਕਿ ਉਹ ਆਪ ਬਿਜ਼ਨਸ ਨਹੀਂ ਕਰਦੀਆਂ ਸੀ, ਉਹਨਾਂ ਦੇ ਬੰਦੇ ਬਿਜ਼ਨਸ ਨਹੀਂ ਕਰਦੇ ਸੀ, ਕੋਈ ਇੱਕ ਅੱਧਾ ਟਾਵਾਂ ਹੁੰਦਾ ਸੀ। ਹੁਣ ਜਿਹੜਾ ਸਿਆਸਤਦਾਨ ਹੈ ਖੁਦ ਬਿਜ਼ਨਸਮੈਨ ਬਣ ਗਿਆ, ਪੈਸੇ ਕਮਾਉਣ ਲੱਗ ਗਿਆ, ਸਿੱਧੇ ਸਿਆਸਤੋਂ ਤੇ ਵੱਡੀ ਬਿਜ਼ਨਸ ਚਲਾਉਣ ਲੱਗ ਗਿਆ। ਚੰਨੀ ਦਾ ਭਾਂਜ ਜਿਹੜਾ ਫੜ ਗਿਆ, ਉਹ ਬਿਜ਼ਨਸ ਹੀ ਹੈ ਨਾ, ਹੈ ਤਾਂ ਰੇਤ ਦਾ, ਚਾਹੇ ਲੀਗਲ ਹੈ ਚਾਹੇ ਇਲੀਗਲ ਹੈ ਤਾਂ ਰੇਤ ਦਾ ਬਿਜ਼ਨਸ ਹੀ। ਤੇ ਉਹ ਕਰਪਸ਼ਨ ਦੇ ਤੌਰ ਤੇ ਵੀ ਪੈਸੇ ਇਕੱਠੇ ਕਰਕੇ ਬਿਜ਼ਨਸ ਚਲਾਉਣ ਲੱਗ ਗਿਆ। ਕਿੰਨੇ ਨੇ ਪੌਂਟੀ ਚੱਡਾ, ਹੋਰ ਕਿੰਨੇ ਨੇ ਜਿਹੜੇ ਸ਼ਰਾਬ ਦੇ ਉਹ ਨੇ ਮਾਫੀਏ, ਉਹ ਵੀ ਬਿਜ਼ਨਸ 'ਚ ਨੇ। ਜਿਹੜੇ ਟਰਾਂਸਪੋਰਟ ਦੇ ਮਾਫੀਏ ਨੇ, ਉਹ ਵੀ ਬਿਜ਼ਨਸ 'ਚ ਨੇ, ਤੇ ਉਹ ਸਿਆਸਤ 'ਚ ਵੀ ਨੇ। ਜਿਹੜੇ ਕੇਬਲ ਦੇ ਮਾਫੀਏ ਨੇ, ਉਹ ਵੀ ਸਿਆਸਤ 'ਚ ਵੀ ਨੇ, ਬਿਜ਼ਨਸ 'ਚ ਵੀ ਨੇ। ਸੋ ਜੇ ਆਪਾਂ ਦੇਖੀਏ, ਸਾਰੇ ਦੇ ਸਾਰੇ ਬਿਜ਼ਨਸ ਦੇ ਵਿੱਚ ਆ ਗਏ ਸਿਆਸਤਦਾਨ ਮੈਜੋਰਟੀ ਤੌਰ ਤੇ ਇਸ ਕਰਕੇ ਉਹ ਹੁਣ ਸਿਆਸਤਦਾਨ ਜਿਹੜਾ ਉਹਦਾ ਗੱਠਜੋੜ ਹੋ ਗਿਆ ਇਕਨੋਮਿਕ ਜਿਹੜੇ ਸੀਗੇ ਮੈਗਨੇਟ ਜੀ, ਵੱਡੇ ਜਿਹੜੇ ਉਹ ਨੇ ਅੰਬਾਨੀ ਅਡਾਨੀ ਰੇਟ, ਉਹਨਾਂ ਦੇ ਛੋਟੇ ਭਾਈਵਾਲ ਬਣ ਗਏ ਬਿਜ਼ਨਸ ਦੇ ਵਿੱਚ ਤੇ ਸਿਆਸਤ ਦੇ ਵਿੱਚ ਚੌਧਰੀ ਬਣ ਗਏ। ਇਸ ਕਰਕੇ ਇਹ ਕਹਿੰਦੇ ਨੇ ਵੀ ਸਿਆਸਤ ਇੱਕ ਮੌਕਾ ਹੈ ਜਿਹਦੇ ਰਾਹੀਂ ਅਸੀਂ ਆਪਦਾ ਵਪਾਰ ਵਧਾ ਸਕਦੇ ਹਾਂ ਜੀ, ਤੇ ਉਹਦੇ ਵਾਸਤੇ ਹਰ ਹਰਬਾ ਵਰਤਣ ਨੂੰ ਤਿਆਰ ਨੇ। ਕਿਉਂਕਿ ਜਿਹੜਾ ਵਪਾਰੀ ਹੁੰਦਾ ਹੈ ਉਹ ਕਹਿੰਦਾ ਮੈਂ ਲੈਣਾ ਕੀ ਹੈ ਯਾਰ ਕਿਸੇ ਤੋਂ, ਮੈਨੂੰ ਤਾਂ ਆਪਦਾ ਮੁਨਾਫਾ ਚਾਹੀਦਾ, ਮੁਨਾਫਾ ਚਾਹੀਦਾ। ਸੋ ਉਹ ਮੁਨਾਫੇ ਵਾਸਤੇ ਉਸੂਲ ਛੱਡ ਦਿੰਦਾ ਫਿਰ ਆਮ ਤੌਰ ਤੇ। ਹਾਲਾਂਕਿ ਵਪਾਰੀ ਵੀ ਇੰਨਾ ਨਹੀਂ ਛੱਡਦੇ ਸੀ ਜਿੰਨਾ ਸਿਆਸਤਦਾਨ ਛੱਡਣ ਲੱਗ ਗਏ, ਕਿਉਂਕਿ ਵਪਾਰੀ ਪਹਿਲਾਂ ਤਾਂ ਹੈ ਨਹੀਂ ਸੀਗੇ, ਇਹ ਤਾਂ ਨਵੇਂ ਆਏ ਨੇ, ਤੇ ਨਵੇਂ ਆਉਣ ਕਰਕੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੋਈ ਫਿਰ ਵੀ ਅਸੂਲ ਰੱਖੀ ਨੇ, ਵਪਾਰ 'ਚ ਵੀ ਕੋਈ ਅਸੂਲ ਰੱਖੀ ਦੇ ਨੇ। ਸੋ ਇਹ ਅਸੂਲ ਸਾਰੇ ਛੱਡ ਕੇ ਪਾਰਟੀਆਂ ਨੇ ਅੱਗੇ ਹੁੰਦਾ। ਵੈਸੇ ਤਾਂ ਡਾਕਟਰ ਸਾਹਿਬ ਵਪਾਰ ਤਾਂ ਕਿਹਾ ਜਾਂਦਾ ਕਿ ਬਹੁਤਾ ਵਪਾਰ ਤਾਂ ਜ਼ੁਬਾਨ ਤੇ ਹੀ ਹੁੰਦਾ। ਹਾਂ ਬਿਲਕੁਲ, ਜ਼ੁਬਾਨ ਤੇ ਹੁੰਦਾ, ਸਹੀ ਗੱਲ ਹੈ। ਤੇ ਉਹਦੇ ਵਿੱਚ ਮੈਂ ਖੁਦ ਵਪਾਰ ਕਰਦਾ ਰਿਹਾ। ਮਤਲਬ ਜਿਹੜੀ ਜ਼ੁਬਾਨ ਹੈ ਨਾ, ਇਹ ਬਹੁਤ ਵੱਡੀ ਚੀਜ਼ ਹੈ। ਲਿਖਤ ਨਾ ਵੀ ਹੋਵੇ ਜੀ, ਤੇ ਲਿਖਤਾਂ ਯਾਦ ਰੱਖਣ ਵਾਸਤੇ ਹੁੰਦੀ ਹੈ, ਅਸਲ 'ਚ ਨਿਭਾਉਣ ਵਾਸਤੇ ਜ਼ੁਬਾਨ ਹੁੰਦੀ ਹੈ। ਜ਼ੁਬਾਨ ਬਿਲਕੁਲ ਠੀਕ। ਉਹ ਜ਼ੁਬਾਨ ਇਹਨਾਂ ਨੇ ਤੋੜਤੀ ਲੋਕਾਂ ਨੂੰ ਜਿਹੜੀ ਦਿੰਦੇ ਸੀ ਸਿਆਸਤਦਾਨ, ਕਿਉਂਕਿ ਬਿਜ਼ਨਸ 'ਚ ਵੀ ਇਹਨਾਂ ਨੇ ਉਹ ਅਸੂਲ ਤੋੜਤਾ। ਇਸੇ ਕਰਕੇ ਮਾਫੀਆ ਜ਼ਿਆਦਾ ਬਣਿਆ ਜੀ। ਇਹ ਮਾਫੀਆ ਜਿਹੜਾ ਇਸੇ ਕਰਕੇ ਬਣਿਆ ਕਿ ਜ਼ੁਬਾਨ ਤੋੜਨੀ ਸ਼ੁਰੂ ਕਰਤੀ। ਇਹ ਸ਼ੁਰੂ ਕਿੱਥੋਂ ਹੋਈ ਇਹ ਵੀ ਸਾਨੂੰ ਦੇਖਣ ਦੀ ਲੋੜ ਹੈ। ਜਦ ਇੱਥੇ ਉਹ ਤੁਸੀਂ ਗੁਰੂ ਪਿਕਚਰ ਦੇਖੀ ਹੋਣੀ ਹੈ, ਜਦ ਇੱਥੇ ਅੰਬਾਨੀ ਦਾ ਸ਼ੁਰੂ ਹੋਇਆ, ਉਦੋਂ ਉਹਨੇ ਫੈਸਲਾ ਕਰ ਲਿਆ ਵੀ ਸਭ ਨੂੰ ਕਰਪਟ ਕਰਦਾ ਜੀ।
80s ਤੋਂ ਮਿਡ 80s ਤੋਂ ਕਰਪਸ਼ਨ ਸ਼ੁਰੂ ਹੋਈ। 90 ਤੱਕ ਜਦੋਂ ਸਾਈਨ ਹੋ ਗਿਆ 90s ਦੇ ਵਿੱਚ ਗੈਰ ਸਮਝੌਤਾ, ਉਦੋਂ ਬਾਅਦ ਤਾਂ ਸਿੱਧਾ ਹੀ ਵੀ ਸਿਆਸਤਦਾਨ ਤੇ ਬਿਜ਼ਨਸਮੈਨ ਇਕੱਠੇ ਹੋਣੇ ਸ਼ੁਰੂ ਹੋ ਗਏ। ਅਸਲ 'ਚ ਇਹ ਗੱਲ ਇੱਥੋਂ ਬੈਕ ਤੋਂ ਆਉਂਦੀ ਹੈ। ਤੇ ਹੁਣ ਪੰਜਾਬ 'ਚ ਆ ਕੇ ਜਿਹੜੀ ਕਿਤੇ ਰੂਹਾਨੀਅਤ ਨੂੰ, ਜਿਹੜੀ ਕੁਦਰਤ ਨੂੰ, ਜਿਹੜੀ ਭਾਈਚਾਰੇ ਨੂੰ, ਜਿਹੜੀ ਏਕਤਾ ਨੂੰ ਬੜਾ ਵੱਡਾ, ਲੋਕ ਤਾਂ ਕਹਿੰਦੇ ਨੇ ਵੀ ਇੱਥੋਂ ਆਏ ਹੋਇਆ ਫਲਾਣਾ ਹੋਇਆ। ਤੁਹਾਨੂੰ ਪਤਾ ਹੈ, ਤੁਸੀਂ ਇੱਥੋਂ ਦਾ ਐਨ ਸਾਰਾ ਦੇਖਿਆ, ਬੜੇ ਐਕਟਿਵ ਰਹਿ ਕੇ 84 ਦੇ ਵਿੱਚ ਇੱਕ ਵੀ ਹਿੰਦੂ ਨਹੀਂ ਬਚਦਾ ਸੀ ਜੇ ਸਿੱਖ ਕਮਿਊਨਲ ਹੋ ਜਾਂਦਾ ਉਸ ਤਰੀਕੇ ਨਾਲ। ਜੀ ਜੋ ਦਿੱਲੀ 'ਚ ਹੋਇਆ ਹੈ, ਇਹ ਪੰਜਾਬ 'ਚ ਵੀ ਹੋ ਸਕਦਾ ਸੀ, ਇਹ ਕੋਈ ਔਖਾ ਕੰਮ ਨਹੀਂ ਸੀ। ਪਰ ਕਿਉਂਕਿ ਇੱਥੋਂ ਦਾ ਹਿੰਦੂ ਸਿੱਖ ਉਹਨਾਂ ਕਮਿਊਨਲ ਨਹੀਂ ਹੈ ਜਿੰਨਾ ਬਾਕੀ ਮੁਲਕ ਦੇ ਵਿੱਚ ਕਰਿਆ ਜਾਂਦਾ ਹੈ। ਵੈਸੇ ਵੀ ਡਾਕਟਰ ਸਾਹਿਬ ਪੰਜਾਬ ਨੂੰ ਤਾਂ ਸਭ ਤੋਂ ਵੱਧ ਧਰਮ ਨਿਰਪੱਖ ਸੂਬਾ ਮੰਨਿਆ ਜਾਂਦਾ ਹੈ। ਹਾਂ, ਐਗਜ਼ੈਕਟਲੀ। ਇੱਥੇ ਏਡੀ ਵੱਡੀ ਜਾਤ ਪਾਤ ਨਹੀਂ ਹੈ। ਇੱਥੇ ਕੋਈ ਸ਼ਡਿਊਲਡ ਕਾਸਟ ਨਾ ਹੈ ਨਹੀਂ ਵੀ ਘੋੜੀ ਜੀ ਨੇ ਚੜ੍ਹਨ ਦੇਣਾ, ਜੀ ਜੀ ਆਈ ਨਹੀਂ ਕਰਨ ਦੇਣਾ। ਇੱਥੇ ਮੰਦਰਾਂ 'ਚ ਕੋਈ ਮੈਨੂੰ ਤਾਂ ਸ਼ਡਿਊਲਡ ਕਾਸਟ ਨੂੰ ਮੰਦਰਾਂ 'ਚ ਵੀ ਕਿਸੇ ਨੇ ਰੋਕਿਆ ਹੋਵੇ ਅੰਦਰ ਜਾਣ ਤੋਂ? ਮੰਦਰਾਂ ਜਾਣ ਨਹੀਂ ਦੇ ਰਹੇ, ਇੱਥੇ ਜਾਈ ਜਾਂਦੇ ਨੇ ਲੋਕ। ਤੇ ਇਸ ਕਰਕੇ ਇੱਥੇ ਉਸ ਤਰ੍ਹਾਂ ਦਾ ਕੱਟੜਵਾਦ ਨਹੀਂ ਹੈ ਧਰਮ ਦਾ ਜਿਵੇਂ ਬਾਕੀ ਜਗ੍ਹਾ ਤੇ ਕਈ ਵਾਰ ਹੈ। ਸੋ ਉਹਨੂੰ ਫੈਲਾਉਣ ਦੇ ਵਾਸਤੇ ਮੈਂ ਇਹ ਕਹਿਣ ਨੂੰ ਤਿਆਰ ਹਾਂ ਵੀ ਇਹਦੇ 'ਚ ਅਕਾਲੀ ਦਲ ਨੇ ਨਹੀਂ ਇੰਨਾ ਫੈਲਾਇਆ, ਇਹ ਬੀਜੇਪੀ ਨੇ ਸਭ ਤੋਂ ਜ਼ਿਆਦਾ ਫੈਲਾਇਆ। ਜਿਹੜਾ ਧਾਰਮਿਕ ਕੱਟੜਵਾਦ ਹੈ ਬੀਜੇਪੀ ਨੇ ਫੈਲਾਇਆ। ਜਿਹੜਾ ਜਾਤ ਪਾਤ ਦਾ ਕੱਟੜਵਾਦ ਹੈ ਇਹ ਪੜ੍ਹੇ ਲਿਖੇ ਸ਼ਡਿਊਲਡ ਕਾਸਟਾਂ ਨੇ ਜ਼ਿਆਦਾ ਫੈਲਾਇਆ, ਕਿਉਂਕਿ ਉਹਨਾਂ ਨੂੰ ਬੈਨੀਫਿਟ ਮਿਲਦਾ ਉਹਦਾ। ਉਹ ਬੈਨੀਫਿਟ ਲੈਣ ਵਾਸਤੇ ਵੀ ਸਾਡੇ ਕੋਲ ਹੀ ਰਹੇ, ਸਾਡੇ ਪਰਿਵਾਰਾਂ 'ਚ ਹੀ ਰਹੇ, ਇਹ ਉਹਨਾਂ ਨੇ ਫੈਲਾਇਆ। ਸੋ ਇਹ ਜਿਹੜਾ ਫੈਲ ਗਿਆ, ਇਹ ਸਿਆਸਤ ਦੇ ਵਿੱਚ ਵੀ ਉਹੀ ਕਾਬਜ ਨੇ। ਤੁਹਾਨੂੰ ਪਤਾ ਹੀ ਹੈ, ਪਹਿਲਾਂ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਕਾਬਜ ਹੁੰਦਾ ਸੀ, ਫਿਰ ਮਾਸਟਰ ਗੁਰਮੰਤਾ ਸਿੰਘ ਦਾ ਕਾਬਜ ਹੁੰਦਾ ਸੀ। ਹੁਣ ਉਹ ਸ਼ਿਫਟ ਹੋ ਰਿਹਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਚੰਨੀ ਸਾਹਿਬ ਦੀ ਕੁੜਮਣੀ ਲੜ ਰਹੀ ਹੈ ਕਿ ਰਿਸ਼ਤੇਦਾਰ ਜੋ ਵੀ ਹੈ ਦੀਨਾਨਗਰ ਤੋਂ, ਕੇਪੀ ਵੀ ਚੰਨੀ ਸਾਹਿਬ ਦੇ ਹੀ ਰਿਸ਼ਤੇਦਾਰ ਨੇ, ਤੇ ਉਹਨਾਂ ਦਾ ਭਰਾ ਇੱਥੋਂ ਬਸੀ ਪਠਾਣਾ ਤੋਂ ਲੜ ਰਿਹਾ ਹੈ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਉਹ ਸ਼ਿਫਟ ਹੋ ਰਹੇ ਨੇ ਦੁਆਬੇ ਔਰ ਮਾਝੇ ਚੋਂ ਮਾਲਵੇ ਵੱਲ ਨੂੰ, ਵੀ ਅਸੀਂ ਹੁਣ ਮਾਲਵੇ ਵਾਲੇ ਕਬਜ਼ਾ ਕਰੀਏ ਇਹਨਾਂ ਤੇ। ਜੀ 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 ਬਿਲਕੁਲ ਠੀਕ। ਕਬਜ਼ਾ ਉਹ ਦੁਆਬੇ ਵਾਲਿਆਂ ਦਾ ਜ਼ੋਰ ਸੀ, ਕਬਜ਼ਾ ਉਹ ਰਵਿਦਾਸੀਆਂ ਦਾ ਹੀ ਹੈ, ਵਾਲਮੀਕੀਆਂ ਦਾ ਨਹੀਂ ਹੈ। ਕਬਜ਼ਾ ਰਵਿਦਾਸੀ ਕਰ ਰਹੇ ਨੇ, ਚਾਹੇ ਉਹ ਮਾਝੇ ਸੀ ਚਾਹੇ ਉਹ ਦੁਆਬੇ ਸੀ। ਦੁਆਬੇ ਦੇ ਨੇ ਸ਼ਡਿਊਲਡ ਕਾਸਟਾਂ ਦੀ ਜਿਹੜੀ ਸਿਆਸਤ ਹੈ ਉਹ ਦੁਆਬੇ ਦੇ ਵਿੱਚ ਜ਼ਿਆਦਾ, ਠੀਕ ਹੈ ਤੁਸੀਂ, ਬਹੁਤ ਜ਼ਿਆਦਾ ਕਨਸੈਂਟਰੇਟ ਰਹੀ ਹੈ ਪਿਛਲੇ 30 35 40 ਸਾਲ ਤੋਂ। ਜੀ ਜੀ। ਤੇ ਹੁਣ ਉਹ ਮਾਲਵੇ ਵੱਲ ਨੂੰ ਸ਼ਿਫਟ ਮਾਰਨ ਦੀ ਚੰਨੀ ਸਾਹਿਬ ਰਾਹੀਂ ਦਰਸ਼ਨ ਸਿੰਘ ਕੇਪੀ ਹੋਣੀ, ਜਿਹੜਾ ਕੇਪੀ ਹੋਣਾ ਦਾ ਪਰਿਵਾਰ ਹੈ ਸਾਰਾ, ਇਹ ਵੀ ਹਾਂ ਉਹ ਸਾਰਾ ਉਹ ਦੇਖੋ ਨਾ, ਚੌਧਰੀ ਸੰਤੋਖ ਸਿੰਘ ਤੇ ਚੌਧਰੀ ਜਗਜੀਤ ਸਿੰਘ, ਇਹ ਸਾਰੇ ਉੱਥੇ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਉਹ ਸਕੇ ਭਰਾ ਹੀ ਸੀਗੇ। ਹਾਂਜੀ ਹਾਂਜੀ। ਉਹ ਇਸ ਕਰਕੇ ਉਹਨਾਂ ਦਾ ਸਾਰਾ ਚੱਲਦਾ ਰਿਹਾ। ਸੋ ਇਸ ਨੂੰ ਆਪਾਂ ਨੂੰ ਇਸ ਐਂਗਲ ਤੋਂ, ਇਸ ਨੁਕਤੇ ਤੋਂ ਦੇਖਣ ਦੀ ਲੋੜ ਹੈ ਕਿ ਪੰਜਾਬ ਦੀ ਅੱਜ ਜਿਹੜੀ ਚੋਣ ਹੈ, ਇਹਦੇ ਦੂਜਾ ਹੋ ਗਿਆ ਚੋਣ ਮੈਨੀਫੈਸਟੋ। ਅੱਗੇ ਪਹਿਲਾਂ ਵਿਜ਼ਨ ਡਾਕੂਮੈਂਟ ਹੁੰਦਾ ਸੀ ਕਿ ਪੰਜਾਬ ਦੀ ਹਾਲਤ ਹੈ, ਇਹਦੇ 'ਚ ਆਹ ਚੀਜ਼ਾਂ ਚਾਹੀਦੀਆਂ ਨੇ, ਅਸੀਂ ਇਹ ਕਰਾਂਗੇ ਤੇ ਐਂ ਕਰਾਂਗੇ ਜੀ। ਉਹ ਖਤਮ ਹੈ। ਹੁਣ ਕਿਸੇ ਨੇ 1 ਪੇਜ 'ਚ ਦਿੱਤਾ, ਕਿਸੇ ਨੇ 2 ਪੇਜ 'ਚ ਦਿੱਤਾ। ਬੀਜੇਪੀ ਨੇ 3 ਵਾਰੀ ਉਹੀ ਨੁਕਤੇ ਪਹਿਲਾਂ 5 ਤਰੀਕ ਨੂੰ ਦਿੱਤੇ, ਪੁਰੀ ਸਾਹਿਬ ਆ ਕੇ ਦੇ ਗਏ, ਫਿਰ 8 ਤਰੀਕ ਨੂੰ ਗਜਿੰਦਰ ਸਿੰਘ ਦੇ ਗਏ, ਤੇ ਹੁਣ ਫਿਰ ਕੱਲ ਪੁਰੀ ਸਾਹਿਬ ਫਿਰ ਉਹੀ ਨੁਕਤੇ ਦੇ ਗਏ। ਆਓ ਕਦੀ ਉਹਨਾਂ ਨੂੰ ਦਿਹਾਤੀ ਖੇਤਰ ਨਾਲ ਜੋੜ ਦਿੱਤਾ ਜਾਂਦਾ। ਹਾਂ, ਕਦੀ ਦਿਹਾਤੀ ਨਾਲ, ਕਦੀ ਸ਼ਹਿਰੀ ਨਾਲ, ਕਦੀ ਜਨਰਲ ਜਾਂ ਇੱਕ ਡਾਕਟਰ ਸਾਹਿਬ ਹੋਰ ਵੀ ਦੇਖਣ ਦੀ ਗੱਲ ਹੈ, ਜਿਹੜੇ ਮੁੱਦੇ ਤਾਂ ਆ ਹੀ ਨਹੀਂ ਰਹੇ, ਜਿਹੜੇ ਅਸਲ ਮੁੱਦੇ ਆ ਪੰਜਾਬ ਦੇ, ਜਿੰਦੇ ਨਾਲ ਪੰਜਾਬ ਜਿੰਦੇ ਚੋਂ ਸੰਕਟ ਚੋਂ ਨਿਕਲ ਸਕੇ, ਸਮਾਜਿਕ, ਆਰਥਿਕ, ਬੌਧਿਕ, ਹਰ ਤਰ੍ਹਾਂ ਦਾ ਜਿਹੜਾ ਸੰਕਟ ਜਿੰਦੇ 'ਚ ਘਿਰਿਆ ਪੰਜਾਬ, ਉਹਦੇ ਚੋਂ ਨਿਕਲ ਸਕੇ, ਤੇ ਉਹਦੀ ਥਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੂੰ ਅੱਗੇ ਉਭਾਰ ਕੇ ਲਿਆਂਦਾ ਜਾ ਰਿਹਾ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਸੰਕਲਪ ਪੱਤਰ ਹੈ, ਚਾਹੇ ਉਹ ਜਿਹੜਾ ਕਰਾਰਨਾਮਾ, ਉਹ ਸਾਰਿਆਂ ਦੇ ਵਿੱਚ ਇਸ ਵਾਰ ਕਿਉਂਕਿ ਕਿਸਾਨੀ ਦਾ ਉਭਾਰ ਜ਼ਿਆਦਾ ਤੇ ਕਿਸਾਨੀ ਵੱਲ ਨੂੰ ਹੀ ਜ਼ਿਆਦਾ ਉਹਨਾਂ ਦਾ ਜਿਹੜਾ ਕੇਂਦਰਿਤ ਹੈਗਾ ਸਾਰਾ ਕੁਝ। ਬਿਲਕੁਲ ਠੀਕ ਹੈ, ਕੋਈ ਸ਼ੱਕ ਨਹੀਂ, ਪਰ ਮਜ਼ਦੂਰਾਂ ਨੂੰ ਛੱਡਿਆ ਗਿਆ। ਹਾਂਜੀ ਹਾਂ, ਐਗਜ਼ੈਕਟਲੀ, ਬਿਲਕੁਲ ਠੀਕ। ਤੇ ਹੁਣ ਜਿਹੜਾ ਅਸੀਂ, ਇਹ ਕਿਉਂ ਹੈ, ਇਹ ਜਿਹੜੇ ਸੰਕਲਪ ਪੱਤਰ ਨੇ ਜਾਂ ਕਰਾਰਨਾਮੇ ਨੇ, ਜੋ ਵੀ ਕਿਹਾ ਜਾ ਰਿਹਾ ਹੈ, ਇਹ ਕੀ ਕਰਿਆ ਜਾ ਰਿਹਾ? ਜਿਹੜਾ ਤੁਸੀਂ ਕਹਿੰਦੇ ਹੋ, ਇੱਕ ਗੱਲ ਤੇ ਮੈਂ ਥੋੜੀ ਜਿਹੀ ਪਹਿਲਾਂ ਕਨਸੈਂਟਰੇਟ ਕਰਾਂਗਾ। ਜੀ ਜੀ ਜੀ। ਕਿ ਲੋਕਾਂ ਨੂੰ ਖਰੈਤਾਂ, ਲੋਕਾਂ ਨੂੰ ਜਿਹੜੇ ਕਮਜ਼ੋਰ ਨੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਵਿਦਿਅਕ ਤੌਰ ਤੇ, ਸਾਧਨ ਦੇ ਤੌਰ ਤੇ, ਉਹਨਾਂ ਨੂੰ ਦੇਣੀਆਂ ਹੁੰਦੀਆਂ ਨੇ ਰਹਿਤਾਂ।
ਜਿਵੇਂ ਕੋਈ ਬੰਦਾ ਬਿਮਾਰ ਹੈ ਤਾਂ ਉਹਨੂੰ ਖੁਰਾਕ ਦੇਣੀ ਹੁੰਦੀ ਹੈ, ਜਿੰਨਾ ਜੀ। ਜ਼ਿਆਦਾ ਬਿਮਾਰ ਹੈ ਉਹਦਾ ਇਲਾਜ ਪਹਿਲਾਂ ਕਰਨਾ ਹੁੰਦਾ ਹੈ, ਉਹਨੂੰ ਮਹਿੰਗੀਆਂ ਦਵਾਈਆਂ ਵੀ ਲਾਉਣੀਆਂ ਪੈਂਦੀਆਂ ਨੇ, ਮੁਫਤ ਵੀ ਲਾਉਣੀਆਂ ਹੁੰਦੀਆਂ ਨੇ। ਪਰ ਇੱਕ ਹੈਗਾ ਉਹਦਾ ਰਾਈਟ ਹੈ ਕਿ ਉਹਦਾ ਇਲਾਜ ਹੋਵੇ, ਇੱਕ ਹੈਗਾ ਉਹਨੂੰ ਅਸੀਂ ਕਿਰਾਏ ਤੇ ਦੇ ਰਹੇ, ਬਣਾ ਕੇ ਦੇ ਰਹੇ ਹਾਂ। ਹਸਪਤਾਲ 'ਚ ਦਵਾਈ ਸਰਕਾਰ ਦੀ ਹੈ, ਉਹ ਸਰਕਾਰ ਦੀ ਦਵਾਈ, ਸਰਕਾਰ ਦਾ ਅਮਲਾ ਫੈਲਾ, ਸਰਕਾਰ ਦਾ ਸਾਰਾ ਖਰਚਾ ਹਸਪਤਾਲ ਦਾ, ਉਹਨੂੰ ਮੈਂ ਸਮਝ ਹਾਂ ਮੈਂ ਦੇ ਰਿਹਾ ਹੈ, ਪਿਆਰ ਨਾਲ ਗੱਲ ਕਰਦਾ ਮਸਲੇ ਹੱਲ। ਇੱਕ ਤਾਂ ਮੈਂ ਇਹ ਕਹਿਣਾ, ਤੇ ਦੂਜਾ ਇਹ ਹੈ ਭਾਈ ਇਹ ਸਰਕਾਰ ਦਾ, ਤੁਹਾਡਾ ਹੀ ਹੈ, ਲੈ ਜਾਓ। ਮੈਂ ਕਿਉਂ ਕਹਿਣਾ ਇਹ ਛੋਟੀ ਜਿਹੀ ਇੱਕ, ਇਹ ਮੈਂ ਐਵੇਂ ਹਵਾ ਚੋਂ ਨਹੀਂ ਕਹਿ ਰਿਹਾ। ਜੀ ਜੀ ਜੀ। ਮੈਨੂੰ ਬਾਬੇ ਨਾਨਕ ਦਾ 13 ਸੱਚੀ ਮੁੱਚੀ ਉਦੋਂ ਸਮਝ ਆਇਆ। ਮੈਂ ਗੁਰਦਾਸਪੁਰ ਸੀਗਾ ਇੰਚਾਰਜ ਹਸਪਤਾਲ ਦਾ। ਹਾਂਜੀ। ਅਸੀਂ ਕਿਹਾ ਵੀ ਲੋਕ ਦਵਾਈਆਂ ਲੈ ਕੇ ਕਈ ਵਾਰੀ ਉਦਾਂ ਹੀ ਸੁੱਟ ਦਿੰਦੇ ਨੇ, ਵੀ ਜੋ ਉਹਨੂੰ ਜ਼ਿਆਦਾ ਦਿਨ ਦੀ ਦਵਾਈ ਦੇ ਦਿਓ। ਤਾਂ ਮੈਂ ਰੂਲ ਬਣਾਤਾ ਕਿ 3 ਦਿਨ ਤੱਕ ਦੀ ਦਵਾਈ ਤਾਂ ਉਹ ਖਿੜਕੀ ਤੇ ਜਾਏਗਾ, ਉਹਨੂੰ ਆਪ ਹੀ ਦੇ ਦੇਣੀ ਹੈ, ਜਿੰਨੇ ਦਿਨਾਂ ਦੀ ਲਿਖਿਆ, 1 ਦਿਨ ਦੀ, 1 ਦਿਨ ਦੀ, 2 ਦਿਨ ਦੀ, 3 ਦਿਨ ਦੀ। ਜੇ 3 ਦਿਨ ਤੋਂ ਵੱਧ ਦਵਾਈ ਦੇਣੀ ਹੈ ਤਾਂ ਜਿਹੜੇ ਡਾਕਟਰ ਨੇ ਲਿਖੀ ਆ 7 ਦਿਨ ਤੱਕ ਦੀ, ਉਹਦੇ ਕੋਲ ਅਖਤਿਆਰ ਹੈ, ਉਹ ਪਰ ਥੱਲੇ ਇੱਕ ਲਾਈਨ ਲਾਏਗਾ 7 ਦਿਨ ਦੇਖ ਕੇ। ਇਹਦਾ ਮਤਲਬ ਇਹ 7 ਦਿਨ ਦੀ ਦੇਣੀ ਹੈ, 3 ਦਿਨ ਦੀ ਨਹੀਂ ਦੇਣੀ, 7 ਦਿਨ ਦੇਣੀ। ਜੇ 7 ਦਿਨ ਤੋਂ ਵੀ ਵੱਧ ਚਾਹੀਦੀ ਹੈ, ਚਾਹੇ 2 ਮਹੀਨੇ ਦੀ ਲਵੇ, ਫਿਰ ਉਹ ਇਸ ਸੰਬੰਧ ਸਾਈਨ ਕਰਾਏਗਾ। ਜੀ। ਪਰਚੀ ਵੱਖਰੀ ਦਿੱਤੀ ਜਾਂਦੀ ਸੀ, ਇੱਕ ਛੋਟੀ ਜਿਹੀ ਉਹਨੂੰ। ਬਾਬਿਆਂ ਨੇ ਆਉਣਾ ਮੇਰੇ ਕੋਲ, ਉਹ ਦੇ ਦਿਓ ਜੀ ਦਵਾਈ ਮਹੀਨੇ ਖੰਡ ਦੀ। ਹਾਂ ਬਾਬਾ ਕਿਵੇਂ, ਦੇ ਦਿਓ ਜੀ ਮਹੀਨੇ ਖੰਡ ਦੀ। ਉਹ ਜੀ ਉੱਥੋਂ ਨਰੋਟ ਤੋਂ ਆਇਆ ਜੀ, ਫਤਿਹਗੜ੍ਹ ਚੂੜੀਆਂ ਤੋਂ ਆਇਆ ਜੀ, ਬਮਾਲ ਤੋਂ ਆਇਆ ਜੀ, ਕਾਨਪੁਰ ਤੋਂ ਆਇਆ। ਮੈਂ ਪਰਚੀ ਫੜਾ ਦੇਣੀ ਜਿੰਨੀ ਉਹਨੇ ਕਹਿਣੀ ਲਿਖ ਕੇ, ਨਾਲ ਕਹਿਣਾ ਬਾਬਾ ਤੁਹਾਡੀ ਇਹ ਲੈ ਜਾਓ ਜੀ। ਕਿਉਂਕਿ ਉਹ ਦਵਾਈ ਮੇਰੀ ਥੋੜ੍ਹਾ ਹੈ, ਮੈਂ ਤਾਂ ਰੈਗੂਲੇਟਰ ਆ ਉਹਦਾ, ਦਵਾਈ ਤੋਂ ਰੋਕਣ ਦੀ ਹੋਈ ਹੈ। ਮੈਂ ਕਹਿੰਦਾ ਤੁਹਾਡੀ ਇਹ ਲੈ ਜਾਓ। ਮੈਨੂੰ ਤਾਂ ਸਮਝ ਆਈ ਕਿ ਬਾਬਾ ਨਾਨਕ ਵੀ ਉਹ ਐਡਾ ਵੱਡਾ ਵਿਦਵਾਨ, ਤੇਰਾ ਤੇ ਗਿਣਤੀ ਥੋੜਾ ਬੋਲਦਾ ਸੀ। ਉਹ ਕਹਿੰਦਾ ਸੀ ਤੁਹਾਡਾ ਹੀ ਹੈ, ਲੈ ਜਾਓ। ਹੁਣ ਕਾਲ ਪੈ ਗਿਆ, ਤੁਸੀਂ ਲੈ ਜਾਓ, ਤੁਹਾਡਾ ਹੀ ਹੈ, ਲੈ ਜਾਓ, ਆਪਣਾ ਜਿੰਨਾ ਚਾਹੁੰਦੇ ਲੈ ਜਾਓ। ਸੋ ਇਹ 13 ਮੇਰਾ ਜਿਹੜਾ ਆ ਗਿਆ ਨਾ, ਮੈਨੂੰ ਉੱਥੋਂ ਸਮਝ ਆਈ ਵੀ ਬਾਬਾ ਇਹ ਕਹਿੰਦਾ ਸੀ ਵੀ ਤੁਹਾਡਾ ਹੀ ਹੈ, ਲੈ ਜਾਓ। ਡਾਕਟਰ ਸਾਹਿਬ ਇਹਦੇ ਨਾਲ ਹੀ ਜੁੜਦਾ ਮੇਰਾ ਹੈਗੀ ਹੈ ਸਵਾਲ, ਜਿਹੜੀ ਤੁਸੀਂ ਗੱਲ ਕਰ ਰਹੇ ਇਸੇ ਨੂੰ ਹੀ ਕੰਟੀਨਿਊ ਰੱਖਿਓ ਕਿ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਗੁਰੂਆਂ ਦਾ, ਜਿਹੜੀ ਤੁਸੀਂ ਗੱਲ ਕੀਤੀ ਬਾਬਾ ਨਾਨਕ ਦੀ, ਉਹ ਤਾਂ ਕਹਿੰਦਾ ਕਿਰਤ ਕਰੋ ਤੇ ਵੰਡ ਛਕੋ, ਤੇ ਪੰਜਾਬ ਦੇ ਵਿੱਚ ਸੱਭਿਆਚਾਰ 'ਚ ਇਹ ਗੱਲ ਬੜੇ ਵੱਡੇ ਪੱਧਰ ਤੇ ਪਈ ਹੈ, ਤੇ ਉੱਥੇ ਕਿਰਤ ਦੇਣ ਦੀ ਥਾਂ ਤੇ ਲੋਕਾਂ ਨੂੰ ਖਰਾਤ ਦਿੱਤੀ ਜਾ ਰਹੀ ਹੈ। ਨਹੀਂ, ਮੈਂ ਇਸੇ ਗੱਲ ਤੇ ਆ ਰਿਹਾ, ਉਹੀ ਗੱਲ ਕਹਿ ਰਿਹਾ, ਖਰਾਤ ਨਹੀਂ ਹੈ ਇਹੀ, ਇਹ ਖਰਾਤ ਬਣਾਤੀ। ਲੰਗਰ ਖਰਾਤ ਨਹੀਂ ਜਨਾਬ। ਨਹੀਂ, ਉਹ ਤਾਂ ਵੰਡ ਛਕੋ। ਮੇਰੀ ਗੱਲ ਤਾਂ ਸੁਣ ਲਓ ਪੂਰੀ, ਮੈਂ ਕੀ ਕਹਿਣਾ। ਜੀ। ਲੰਗਰ ਖਰਾਤ ਨਹੀਂ, ਉੱਥੇ ਲੋੜਵੰਦ ਵੀ ਛਕਦਾ, ਉੱਥੇ ਦੂਜਾ ਵੀ ਛਕਦਾ। ਬਿਲਕੁਲ ਠੀਕ ਹੈ। ਉਹ ਭੋਜਨ ਹੈ, ਉਹ ਭੋਜਨ ਕਾਹਦੇ ਵਾਸਤੇ, ਸਾਰਿਆਂ ਵਾਸਤੇ, ਉਹ ਪੰਗਤ ਹੈ। ਇਸੇ ਤਰ੍ਹਾਂ ਹੀ ਜਿਹੜੇ ਅਸੀਂ ਇਹ ਰਾਤਾਂ ਦਾ ਨਾਮ ਕਹਿੰਦੇ ਆ, ਇਹ ਸਾਡੀਆਂ ਨਹੀਂ ਹੈਗੀਆਂ, ਖਰਾਤ ਨਹੀਂ ਹੈ, ਇਹ ਉਹਨਾਂ ਦਾ ਰਾਈਟ ਹੈ। ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਜ਼ਿਆਦਾ ਸੀਰੀਅਸ ਮਰੀਜ਼ ਹੈ, ਉਹਨੂੰ ਦੇਖਣਾ, ਉਹਨੂੰ ਗਲੂਕੋਜ਼ ਲਾਉਣੀ, ਉਹਦਾ ਇਲਾਜ ਕਰਨਾ, ਟਾਈਮ ਜ਼ਿਆਦਾ ਲਾਉਣਾ, ਇਹ ਉਹਦਾ ਰਾਈਟ ਹੈ। ਪਰ ਮੈਂ ਉਹਨੂੰ ਖਰਾਤ ਬਣਾ ਕੇ ਦੇ ਰਿਹਾ। ਮੈਂ ਕਿਉਂ ਕਹਿਣਾ, ਇਹਨਾਂ ਨੇ ਲੰਗਰ ਨੂੰ ਵੀ ਬੀਜੇਪੀ ਨੇ GST ਮਾਫ ਕਰਨ ਵਾਸਤੇ ਕਹਿਤਾ ਵੀ ਇਹ ਖਰਚੀ ਭੋਜਨ ਹੈ, ਤੇ ਅਕਾਲੀਆਂ ਨੇ ਮੰਨ ਲਿਆ। ਇੱਥੋਂ ਗਿਰਾਵਟ ਸ਼ੁਰੂ ਹੋਈ ਹੈ ਖਰਾਤ ਵਾਲੀ। ਜਦ ਮੰਨਦਾ ਵੀ ਹਾਂ ਖਰਚੀ ਭੋਜਨ ਹੈ, ਆਪਦਾ ਬੇਸਿਕ ਸਿਧਾਂਤ ਹੀ ਮੰਨ ਲਿਆ। ਜਿਹੜੇ ਸਿਧਾਂਤ ਤੇ ਕੰਪਰੋਮਾਈਜ਼ ਕਰ ਗਏ, ਉਹ ਤੁਹਾਡੇ ਖਿਆਲ ਪੰਜਾਬ ਦਾ ਕੁਝ ਕਰਨਗੇ ਭਲਾ? ਇੱਕ ਤਾਂ ਇਹ ਹੈ। ਠੀਕ। ਦੂਜੀ ਗੱਲ, ਪਰ ਸਿਧਾਂਤ ਤੇ ਕਿੰਨੀ ਵੱਡੀ ਗੱਲ, ਇਹ ਤਾਂ 2 ਕਰੋੜ ਦੀ ਹੈ। ਗੁਰੂ ਅਮਰਦਾਸ ਜੀ ਨੂੰ ਕਿਹਾ ਗਿਆ ਅਕਬਰ ਵੱਲੋਂ ਵੀ ਜਗੀਰ ਲਵਾ ਦਿੰਦਾ ਨਾਮ ਲੰਗਰ ਵਾਸਤੇ। ਉਹ ਕਹਿੰਦੇ ਨਹੀਂ, ਸਾਡੇ ਸਿੱਖ ਬਥੇਰੇ ਨੇ ਦੇਣ ਵਾਲੇ ਲੰਗਰ ਵਾਸਤੇ, ਮੈਂ ਨਹੀਂ ਲੈਣੀ। ਉਹ ਬੀਬੀ ਭਾਨੀ ਦੇ ਨਾਂ ਫਿਰ ਉਹਨਾਂ ਨੇ 500 ਅੱਗੇ ਕੀ ਕਰਿਆ, ਨਹੀਂ ਲਈ। ਇਹਨਾਂ ਨੇ ਮੰਗ ਕੇ ਲਈ ਆ 2 ਕਰੋੜ। 2 ਕਰੋੜ ਰੁਪਏ ਦਾ ਕੀ ਸੀ, ਜਦ ਮਰਜੀ ਸਿੱਖ ਸੰਗਤਾਂ ਤੋਂ ਇਕੱਠਾ ਕਰ ਲੈਂਦੇ। ਸੋ ਅਸੀਂ ਗ੍ਰਾਂਟ ਕਿੱਥੇ ਆ ਗਈ? ਅਸੀਂ ਜਿਹੜਾ ਉਹਦਾ ਰਾਈਟ ਹੈ ਉਹਨੂੰ ਖਰਾਤ ਬਣਾਤਾ ਆਪ, ਇੱਕ। ਦੂਜੀ ਗੱਲ, ਫੇਰ ਉਸ ਰਾਈਟ ਨੂੰ ਖਰਾਤ ਕਿਉਂ ਬਣਾਤਾ? ਕਿਉਂਕਿ ਅਸੀਂ ਤਕੜੇ ਨੂੰ ਵੀ ਦੇਣ ਲੱਗ ਗਏ। ਜਾਂ ਤਾਂ ਉਹਨੂੰ ਪੰਗਤ ਬਣਾ ਦਿੰਦੇ, ਪੰਗਤ ਦਾ ਸਿਧਾਂਤ ਨੂੰ ਤਾਂ ਅਸੀਂ ਖੁਦ ਹੀ ਖਰਾਤ ਬਣਾ ਲਿਆ। ਜਾਂ ਤਾਂ ਅਸੀਂ ਕਹਿੰਦੇ ਭਾਈ ਆਹ ਚੀਜ਼ਾਂ ਜਿਹੜੀਆਂ ਨੇ, ਚਾਹੇ ਸਿੱਖਿਆ ਹੈ, ਚਾਹੇ ਸਿਹਤ ਹੈ, ਚਾਹੇ ਭੋਜਨ ਹੈ, ਚਾਹੇ ਘਰ ਹੈ, ਉਹ ਹਰੇਕ ਨੂੰ ਮਿਲੂ ਇਰਰਿਸਪੈਕਟਿਵ ਆਫ ਦੀ ਪੇਇੰਗ ਕਪੈਸਿਟੀ। ਜਾਂ ਤਾਂ ਇਹ ਕਹਿੰਦੇ, ਇਹ ਵੀ ਨਹੀਂ ਕਿਹਾ। ਇੱਕ ਗ੍ਰੇਡਡ ਜਿਹੜੀ ਹੁੰਦੀ ਆ ਨਾ, ਡਿਫਰੈਂਸ਼ੀਅਲ ਸਬਸਿਡੀ, ਹਾਂਜੀ, ਇਹ ਜੰਡੂ ਸਾਹਿਬ ਬਹੁਤ ਜ਼ਰੂਰੀ ਹੈ। ਜਿਹਨੂੰ ਲੋੜ ਆ ਉਹਨੂੰ ਦੇਣਾ। ਮੈਨੂੰ ਬਚਪਨ 'ਚ ਮੇਰੇ ਮਾਤਾ ਜੀ ਸਿਖਾਉਂਦੇ ਸੀ, ਪੁੱਤ ਰੱਜੀ ਧੀ ਨੂੰ ਨਹੀਂ ਦੇਈਦਾ, ਭੁੱਖੀ ਨੂੰ ਦੇ ਦੇਈਦਾ ਜੀ। ਯਾਨੀ ਕਿ ਇਹ ਨਹੀਂ ਵੀ ਹੱਕ ਕਿਹਦਾ, ਹੱਕ ਹੁੱਕ ਦਾ ਕੋਈ ਮਤਲਬ ਨਹੀਂ। ਜਿਹਨੂੰ ਲੋੜ ਆ ਉਹਨੂੰ ਦੇਣਾ। ਉਹਨੂੰ ਦਿਓ। ਆਮ ਤੌਰ ਤੇ ਆਪਾਂ ਕਹਿੰਦੇ ਵੀ ਧੀਆਂ ਨੂੰ,
ਆਮ ਤੌਰ ਤੇ ਆਪਾਂ ਕੀ ਕਹਿੰਦਾ, ਧੀਆਂ ਨੂੰ ਦਿਓ, ਨੂੰਹਾਂ ਤੋਂ ਲਓ, ਇਹ ਆਮ ਕਲਚਰ ਹੈ। ਪਰ ਮੇਰੇ ਮਾਤਾ ਜੀ ਇਹ ਮੈਨੂੰ ਸਿਖਾਉਂਦੇ ਸੀ, ਪੁੱਤ ਰੱਜੀ ਧੀ ਨੂੰ ਨਹੀਂ ਦੇਈਦਾ, ਭੁੱਖੀ ਨੂੰਹ ਨੂੰ ਦੇ ਦੇਈਦਾ। ਯਾਨੀ ਕਿ ਜਿਹੜਾ ਲੋੜਵੰਦ ਆ ਉਹਨੂੰ ਦੇਣਾ, ਉਹਨੂੰ ਦਿਓ। ਲੋੜਵੰਦ ਨੂੰ ਦੇਣਾ ਕੋਈ ਖਰਾਇਤ ਨਹੀਂ ਹੈ, ਉਹਦਾ ਰਾਈਟ ਹੈ। ਪਰ ਅਸੀਂ ਹਰੇਕ ਨੂੰ ਦੇਣ ਲੱਗੇ, ਰੱਜਾਂ ਨੂੰ ਵੀ ਦੇਣ ਲੱਗੇ, ਜਿਹਦੇ 14 ਟਿਊਬਵੈਲ ਨੇ ਉਹਦੀ ਵੀ ਬਿਜਲੀ ਮਾਫ। ਬਿਲਕੁਲ ਉਹਦੀ ਨਾ। ਡਾਕਟਰ ਸਾਹਿਬ ਇੱਥੇ ਇੰਟਰਸਟਿੰਗ ਗੱਲ ਮੈਨੂੰ ਯਾਦ ਆਈ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਬਣੇ ਮੁੱਖ ਮੰਤਰੀ ਐਸ ਦੂਜੀ ਵਾਰ 2017 ਤੋਂ ਬਾਅਦ, ਤਾਂ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਕੋਲੇ ਜ਼ਿਆਦਾ ਹੈਗੇ ਆ ਪੈਸੇ, ਉਹ ਆਪੋ ਆਪਣੀ ਜਿਹੜੀ ਬਿਜਲੀ ਮੁਫਤ ਜਿਨ੍ਹਾਂ ਨੂੰ ਮਿਲਦੀ ਹੈ ਛੱਡ ਦੇਣ। ਤਾਂ ਕੋਈ ਵੀ ਅੱਗੇ ਨਹੀਂ ਆਇਆ ਛੱਡਣ ਲਈ, ਇੱਕ ਬੰਦਾ ਆਇਆ ਸੀ ਸਿਰਫ। ਹਾਂ, ਇਹ ਗੱਲ ਠੀਕ ਹੈ, ਇਹ ਗੱਲ ਠੀਕ ਹੈ, ਕਿਉਂਕਿ ਜਦ ਤੁਸੀਂ ਏਡੇ ਏਡੇ ਤਕੜੇ ਬੰਦਿਆਂ ਨੂੰ, ਇਹ ਤਾਂ ਬਾਹਰ ਜਾ ਕੇ ਇਲਾਜ ਕਰਾਉਂਦੇ ਨੇ, ਇੰਨੀਆਂ ਪੈਨਸ਼ਨਾਂ ਲੈਂਦੇ ਨੇ, ਆਪ ਹੀ ਆਪਣੀਆਂ ਪੈਨਸ਼ਨਾਂ ਤੋਂ ਆਪਾਂ ਕਦੇ ਫੇਰ ਕਰਾਂਗੇ, ਉਹ ਤਾਂ ਗੱਲ ਜਿੰਨੀ ਹੈਗੀ ਹੈ। ਸੋ ਅੱਜ ਇਹ ਖਰਾਇਤਾਂ ਬਣਾ ਕੇ ਫਿਰ ਹੁਣ ਉਹਨਾਂ ਨੇ ਵਿਕਾਸ ਦੀ ਵਿੱਚ ਸਿਰਫ ਖਰਾਇਤਾਂ ਬਣਾਤੀਆਂ। ਅੱਗੇ ਤਾਂ ਜਿਹੜੇ ਰਾਤਾਂ ਸੀ ਉਹਨੂੰ ਖਰਾਇਤਾਂ ਬਣਾਇਆ ਸੀ, ਪਰ ਨਾਲ ਬਾਕੀ ਕੰਮ ਵੀ ਕਰਦੇ ਸੀ। ਹੁਣ ਰਾਤਾਂ ਨੂੰ ਖਰਾਇਤਾਂ ਬਣਾ ਕੇ ਕੰਨੀਆਂ ਖਰਾਇਤਾਂ 'ਚ ਹੀ ਸਾਰਾ ਕੁਝ ਮੰਗਣਾ ਸ਼ੁਰੂ ਕਰਤਾ, ਵੀ ਵੋਟ ਦਿਓ, ਤੁਹਾਨੂੰ ਆਹ ਦਿਆਂਗੇ। ਯਾਨੀ ਕਿ ਖਰੀਦਣਾ ਵੋਟ ਨੂੰ। ਮੁਲਾਜ਼ਮਾਂ ਨੂੰ ਤੁਹਾਨੂੰ ਇੰਨੇ % ਪੈਸੇ ਦੇ ਦਿੰਦੇ ਆ, ਤੁਸੀਂ ਸਾਨੂੰ ਵੋਟ ਪਾ ਦਿਓ। ਆ ਸਾਰਾ ਜਿਹੜਾ ਹੁਣ ਆ ਕੇ ਇਹਨਾਂ ਨੇ ਪੇ ਕਮਿਸ਼ਨ ਲਾਗੂ ਕਰਿਆ, ਇੰਨੇ ਪੈਸੇ ਦਿੱਤੇ ਮੁਲਾਜ਼ਮਾਂ ਨੂੰ, ਦਿੱਤੇ ਕਿ ਉਹਨੇ ਵੋਟਾਂ ਖਰੀਦੀਆਂ ਨੇ। ਉਹ ਗੱਲ ਵੱਖਰੀ ਹੈ, ਮੁਲਾਜ਼ਮ ਇਹਨਾਂ ਨੂੰ ਫਿਰ ਵੀ ਵੋਟ ਪਾਉਂਦਾ ਜਾਂ ਨਹੀਂ ਪਾਉਂਦਾ, ਪਰ ਆਪਦੇ ਵੱਲੋਂ ਖਰੀਦਣ ਦਾ ਯਤਨ ਹੈ ਇਹ, ਖਜ਼ਾਨਾ ਖਾਲੀ ਕਰਕੇ। ਸੋ ਇਸ ਕਰਕੇ ਜੇ ਆਪਾਂ ਇਹਨੂੰ ਛੋਟਾ ਕਰਨਾ ਹੋਵੇ ਗੱਲ ਨੂੰ, ਅੱਜ ਪੰਜਾਬ ਦੇ ਵਿੱਚ ਜਿਹੜੀਆਂ ਅਲਾਮਤਾਂ ਨੇ, ਬੰਦਾ ਬਿਮਾਰ ਹੁੰਦਾ, ਮੈਂ ਇਹ ਵੀ ਆਪਦੇ ਪ੍ਰੋਫੈਸ਼ਨ ਚੋਂ ਤੇ ਗੁਰੂ ਗ੍ਰੰਥ ਸਾਹਿਬ 'ਚ ਉਦਾਹਰਨ ਦੇ ਕੇ ਗੱਲ ਕਰ ਰਿਹਾ। ਬੰਦਾ ਬਿਮਾਰ ਹੁੰਦਾ, ਉਹ ਕਹਿੰਦਾ ਜੀ ਮੈਨੂੰ ਖਾਂਸੀ ਹੈ, ਮੈਨੂੰ ਬੁਖਾਰ ਹੈ, ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਟੱਟੀ ਨਹੀਂ ਆਉਂਦੀ, ਜਾਂ ਟੱਟੀਆਂ ਜ਼ਿਆਦਾ ਆ ਰਹੀਆਂ ਨੇ। ਜਿਹੜਾ ਡਾਕਟਰ ਨੂੰ ਪਤਾ ਨਹੀਂ, ਅਣਜਾਣ ਹੈ, ਜਾਂ ਉਹ ਊਂ ਪੈਸੇ ਪੂਸੇ ਜੇ ਬਣਾਉਣਾ ਚਾਹੁੰਦਾ ਹੈ, ਉਹ ਕਹਿੰਦਾ ਜੀ ਬੁਖਾਰ ਆ ਲੈ ਦਵਾਈ, ਇੱਕ ਗੋਲੀ ਲਿਖਤੀ। ਫਿਰ ਕਹਿੰਦਾ ਜੀ ਖੰਘ ਵੀ ਹੈ, ਕਹਿੰਦਾ ਇੱਕ ਹੋਰ ਲਿਖਤੀ। ਕਹਿੰਦਾ ਥੋੜੀ ਕਬਜ਼ ਵੀ ਹੈ, ਕਹਿੰਦਾ ਇੱਕ ਹੋਰ ਲਿਖਤੀ। ਥੋੜਾ ਸਿਰ ਵੀ ਦੁਖਦਾ, ਕਹਿੰਦਾ ਇੱਕ ਹੋਰ ਲਿਖਤੀ। ਕਹਿੰਦਾ ਜੀ ਰੋਟੀ ਵੀ ਹਜਮ ਜੇ ਨਹੀਂ ਆਉਂਦੀ, ਕਹਿੰਦਾ ਇੱਕ ਹੋਰ ਲਿਖਤੀ। ਉਹ ਦਵਾਈਆਂ ਹੀ ਲਿਖੀ ਜਾਂਦਾ, ਉਹਨੂੰ ਪਤਾ ਹੀ ਨਹੀਂ ਬਿਮਾਰੀ ਦਾ। ਸੋ ਉਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਹੈ, ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨ ਜਾਣੀ, ਕਰਕ ਕਲੇਜੇ ਮਾਂ। ਉਹ ਭਾਈ ਰੋਗ ਤਾਂ ਉਹਨੂੰ ਮਾਨਸਿਕ ਹੈ, ਤੂੰ ਸਰੀਰ ਦੀ ਦਵਾਈ ਦੇਈ ਜਾਂਦਾ, ਤੂੰ ਨਬਜ਼ ਦੇਖੀ ਜਾਂਦਾ, ਤੈਨੂੰ ਕੀ ਪਤਾ ਵੀ ਉਹਨੂੰ ਮਾਨਸਿਕ ਰੋਗ ਹੈ। ਸੋ ਇਹ ਨਬਜ਼ ਦੇਖਣ ਵਾਲਾ ਰੋਗ ਆ, ਜਿਹੜਾ ਰਾਤਾਂ ਜਿਹਨੂੰ ਤੁਸੀਂ ਖਰਾਇਤਾਂ ਕਿਹਾ। ਸੋ ਇਸ ਕਰਕੇ ਇਹ ਜਿਹੜੀ ਅਸਲੀ ਬਿਮਾਰੀ ਹੈ, ਅਸਲੀ ਬਿਮਾਰੀ ਵਾਸਤੇ ਗੁਰੂ ਸਾਹਿਬ ਨੇ ਕੀ ਕਿਹਾ, ਪੰਜਾਬ ਦੀ ਮੈਂ ਉਸ ਤੇ ਆ ਰਿਹਾ, ਗੁਰੂ ਸਾਹਿਬ ਨੇ ਕਿਹਾ, ਔਰ ਅਸੀਂ ਆਪਦੀ ਡਾਕਟਰੀ 'ਚ ਵੀ ਇਹੀ ਪੜ੍ਹਾਉਂਦੇ ਹਾਂ, ਵੀ ਜਦ ਮਰੀਜ਼ ਕੋਈ ਆਰਾਮਤਾਂ ਤੁਹਾਨੂੰ ਦੱਸਦਾ, ਉਹਦੀ ਕੋਈ ਜੜ ਹੁੰਦੀ ਹੈ ਬਿਮਾਰੀ ਦੀ ਇੱਕ, ਉਹ ਬਿਮਾਰੀ ਲੱਭੋ, ਉਹਦਾ ਇਲਾਜ ਕਰੋ। ਜਿਵੇਂ ਜਿਹਨੂੰ ਟੀਵੀ ਹੋਵੇ, ਉਹ ਕਹਿੰਦੇ ਬੁਖਾਰ ਰਹਿੰਦਾ, ਸਰੀਰ ਟੁੱਟਿਆ ਰਹਿੰਦਾ, ਭੁੱਖ ਜੀ ਨਹੀਂ ਲੱਗਦੀ, ਤੇ ਖੰਘ ਆਉਂਦੀ ਹੈ ਜੀ, ਬਲਗਮ ਵੀ ਆਉਂਦੀ ਹੈ, ਕਦੇ ਕਦੇ ਉਹਦੇ 'ਚ ਖੂਨ ਵੀ ਆ ਜਾਂਦਾ ਹੈ। ਇਹ ਸਾਰੀਆਂ ਅਲਾਮਤਾਂ ਦੀ ਜੜ ਉਹਦੇ ਫੇਫੜੇ 'ਚ ਟੀਵੀ ਬੈਠੀ ਹੈ। ਜੇ ਤਾਂ ਟੀਵੀ ਦੇਖ ਲਈ, ਫਿਰ ਤਾਂ ਉਹਦਾ ਇਲਾਜ ਕਰ ਦਾਂਗੇ, ਆ ਸਾਰੀਆਂ ਆਪ ਹੀ ਹਟ ਜਾਣਗੀਆਂ। ਜੇ ਉਂਗੇ ਖੰਘ ਦੀ ਦਵਾਈ ਦੇ ਦਿਓ, ਬੁਖਾਰ ਦੀ ਦਵਾਈ ਦੇ ਦਿਓ, ਕਮਜ਼ੋਰੀ ਤੋਂ ਤਾਕਤ ਦੀ ਦਵਾਈ ਦੇ ਦਿਓ, ਫੇਰ ਨਹੀਂ ਹੱਲ ਹੋਣਾ। ਸੋ ਬਾਬੇ ਨੇ ਆਖਿਆ, ਐਸਾ ਦਾਰੂ ਲੋੜ ਲੈ, ਜਿਤ ਵੰਝੇ ਰੋਗਾਂ ਕਹਾਣ। ਇਹੀ ਜੀ ਦਵਾਈ ਲੱਭ ਜਿਹੜੀ ਸਾਰੇ ਰੋਗਾਂ ਨੂੰ, ਅਲਾਮਤਾਂ ਨੂੰ ਖਤਮ ਕਰੇ। ਇਹ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ, ਉਹਨੂੰ ਪੰਜਾਬ ਨੂੰ ਕਿਹੜੀ ਦਵਾਈ ਦੀ ਲੋੜ ਹੈ? ਮੈਂ ਇਸੇ ਤੇ ਆ ਰਿਹਾ। ਸੋ ਐਸੀ ਦਵਾਈ ਕਦ ਲੱਭਣੀ ਹੈ? ਵੈਦਾ ਵੈਦ ਸੋ ਵੈਦ ਤੂੰ, ਪਹਿਨਾ ਰੋਗ ਪਛਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸਜਾਨ। ਇਹ ਰੋਗ ਲੱਭਦੀ ਨਹੀਂ ਕੀ ਹੈ, ਦਾਰੂ ਦੱਸ ਦਿੰਦੇ ਲੋਕਾਂ ਨੂੰ ਆ ਕੇ। ਸੋ ਰੋਗ ਪੰਜਾਬ ਦਾ ਇਹ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ, ਉਹ ਇਹ ਹੈ ਕਿ ਪੰਜਾਬ ਦੇ ਜਿਹੜੇ ਹੱਕ ਨੇ, ਸੂਬਿਆਂ ਦੇ ਹੱਕ, ਪੰਜਾਬ ਦੇ ਵਿਸ਼ੇਸ਼ ਕਰਕੇ, ਕਿਉਂਕਿ ਪੰਜਾਬ ਦੀ ਇਹ ਇੱਕ ਤਾਂ ਭਾਸ਼ਾਈ ਘੱਟ ਗਿਣਤੀ ਹੈ, ਇੱਕ ਇਹ ਧਾਰਮਿਕ ਘੱਟ ਗਿਣਤੀ ਹੈ। ਪੰਜਾਬ ਇਹ ਇੱਕ ਲੈਂਡ ਲੋਕਡ ਹੈ, ਸਮੁੰਦਰ ਹੈ ਨਹੀਂ ਸਾਡੇ ਕੋਲ, ਤਾਂ ਮਿੱਟੀ ਹੈ, ਮਿੱਟੀ ਦੇ ਉੱਤੇ ਜੰਗਲ ਨੇ, ਮਿੱਟੀ ਦੇ ਥੱਲੇ ਪਾਣੀ ਹੈ। ਉਹ ਤਿੰਨੇ ਚੀਜ਼ਾਂ ਸਾਡੇ ਖੋਈ ਜਾਂਦੇ ਨੇ। ਉਹ ਕੇਂਦਰ ਨੇ ਕਬਜ਼ਾ ਕਰ ਲਿਆ। ਉਹ ਕੇਂਦਰ ਦੇ ਕਬਜ਼ੇ ਦੇ ਖਿਲਾਫ ਜਿੰਨਾ ਚਿਰ, ਜੇ ਤੁਹਾਡੇ ਘਰ ਤੇ ਕਿਸੇ ਨੇ ਕਬਜ਼ਾ ਕਰ ਲਿਆ ਹੋਵੇ, ਤੇ ਜਿੰਨਾ ਚਿਰ ਉਹਨੂੰ ਛੁਡਾਉਂਦੇ ਨਹੀਂ, ਫਿਰ ਤੁਸੀਂ ਬਾਹਰ ਹੀ ਬੈਠੋਗੇ। ਵੱਧ ਤੋਂ ਵੱਧ ਉਹ ਕਦੋਂ ਬਰਾਂਡੇ 'ਚ ਬਹਿ ਜਾ ਯਾਰ, ਤੈਨੂੰ ਇੰਨੀ ਕਰਾਰ ਦੇ ਦਿੰਦਾ। ਇੱਕ ਤਾਂ ਇਹ ਹੈ, ਕਿਸਾਨ ਲੜਾਈ ਲੜੀ ਸੀ, ਜਿਹੜਾ ਤੁਸੀਂ ਕਿਹਾ, ਉਹ ਕਬਜ਼ਾ ਛਡਾਉਣ ਦੀ ਵੀ ਇੱਕ ਕਦਮ ਤੁਸੀਂ ਬਣਾ ਹੀ ਨਹੀਂ ਸਕਦੇ, ਤੁਸੀਂ ਗਲਤ ਬਣਾਏ ਨੇ। ਸੋ ਇੱਕ ਤਾਂ ਕਿਸੇ ਪਾਰਟੀ ਨੇ
ਸਮੇਤ ਸੰਯੁਕਤ ਸਮਾਜ ਮੋਰਚਾ ਡਟ ਕੇ ਨਹੀਂ ਕਿਹਾ। ਸੰਯੁਕਤ ਸਮਾਜ ਮੋਰਚੇ ਨੇ ਇੱਕ ਲਾਈਨ ਕਹੀ ਹੈ ਵਿੱਚ, ਪਰ ਡਟ ਕੇ ਨਹੀਂ ਕਿਹਾ ਕਿ ਅਸੀਂ ਪਹਿਲਾ ਕੰਮ ਕਰਾਂਗੇ, ਪਹਿਲਾਂ ਸਰਕਾਰੀ ਤਾਕਤ ਵਰਤਾਂਗੇ ਆਪਦੇ ਹੱਕ ਲੈਣ ਦੀ, ਜੇ ਉਹ ਨਹੀਂ ਹੋਏਗੀ ਫਿਰ ਅਸੀਂ ਵਿਧਾਇਕ ਤਾਕਤ ਵਰਤਾਂਗੇ, ਇਕੱਠੇ ਹੋ ਕੇ ਮਿਲਾਂਗੇ, ਜੇ ਫੇਰ ਵੀ ਨਹੀਂ ਹੁੰਦੀ ਲੋਕਾਂ ਤੋਂ ਐਜੀਟੇਸ਼ਨ ਕਰਾਂਗੇ, ਲੋਕਾਂ ਨੂੰ ਨਾਲ ਲੈ ਕੇ ਵੀ ਸਾਡੇ ਹੱਕ ਇੱਥੇ ਰੱਖ, ਜਿਵੇਂ ਮਤਲਬ ਵੀ ਕੇਂਦਰ ਤੋਂ ਹੱਕ ਲੈਣੇ ਜੀ ਜੀ, ਕੇਂਦਰ ਰਾਜ ਸੰਬੰਧਾਂ ਦੇ ਉੱਤੇ। ਦੂਜਾ ਕਿਸੇ ਨੇ ਨਹੀਂ ਕਰਿਆ। ਉਹ ਕੀ ਹੈ? ਵਿੱਤ ਮੰਤਰੀ ਕਹਿੰਦੇ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ ਜੀ। ਖਜ਼ਾਨਾ ਭਰਨਾ ਕਿਵੇਂ ਹੈ? ਕਿਉਂਕਿ ਆਖਰ ਤੁਸੀਂ ਸਰਕਾਰ ਚ ਤਾਂ ਪੈਸਾ ਚਾਹੀਦਾ। ਉਹਦੇ ਵਿੱਚ ਖਜ਼ਾਨਾ ਭਰਨ ਵਾਸਤੇ ਇੱਕ ਤੌਰ ਤਰੀਕਾ ਜਿਹੜਾ ਹੁੰਦਾ ਮੋਦੀ ਸਾਹਿਬ ਵਾਲਾ ਹੁੰਦਾ ਵੀ ਪੈਟਰੋਲ ਤੇ ਡੀਜ਼ਲ ਤੇ ਵਧਾਈ ਜਾਓ, ਬਸ ਐ ਚੱਕ ਦੋ ਫੱਟੇ। ਜਿਹੜਾ ਵਿਚਾਰਾ ਸਕੂਟਰ ਜਾਂ ਚਲਾਉਂਦਾ, ਸਕੂਟੀ ਲੈ ਕੇ ਜਾਂਦਾ, ਉਹਦਾ ਵੀ ਛਿੱਲ ਲਾ ਲਓ। ਇੱਕ ਤਰੀਕਾ ਇਹ ਹੁੰਦਾ। ਦੂਜਾ ਤਰੀਕਾ ਇਹ ਹੁੰਦਾ ਕਿ ਆਹ ਬੰਦੇ ਕੋਲ ਪੈਸਾ ਬਹੁਤ ਹੈ, ਇਹਨੂੰ ਲਾਓ ਟੈਕਸ, ਇਹ ਤੋਂ ਲਾਓ ਪੈਸੇ, ਇਹਨੇ ਇੰਨੇ ਇਕੱਠੇ ਕਰ ਰੱਖੇ ਨੇ। ਜਿਹੜੇ ਅੱਗੇ ਡਾਕੂ ਵੀ ਹੁੰਦੇ ਨਾ, ਉਹ ਵੀ ਅਮੀਰਾਂ ਦੇ ਘਰ ਡਾਕਾ ਮਾਰਦੇ ਸੀ, ਕਿਸੇ ਗਰੀਬ ਦੀ ਝੌਂਪੜੀ ਤੇ ਨਹੀਂ ਮਾਰਦੇ ਸੀ, ਉਹਨੂੰ ਤਾਂ ਕਈ ਵਾਰ ਦੇ ਜਾਂਦੇ ਸੀ, ਬਲਕਿ ਉਹਨੂੰ ਦੇ ਜਾਂਦੇ ਸੀ ਜਾਂਦੇ ਜਾਂਦੇ। ਹਾਂ, ਇਹਨਾਂ ਨੇ ਉਲਟਾ ਕਰ ਲਿਆ। ਡਾਕਾ ਤਾਂ ਇਹ ਮਾਰਦੇ ਨੇ, ਪਰ ਇਹ ਡਾਕਾ ਗਰੀਬਾਂ ਦੇ ਘਰਾਂ 'ਚ ਮਾਰਦੇ ਨੇ। ਇਹ ਦੂਜੀ ਲੋੜ ਸੀ ਕਿ ਤੁਸੀਂ ਜਿਹੜਾ ਪੈਸਾ, ਇੱਕ ਤਾਂ ਬਾਨੀ ਡਾਨੀ ਇੱਥੇ ਜਿਹੜਾ ਸਾਡਾ ਜੋ ਵੀ ਸਮਾਨ ਵਰਤ ਰਹੇ ਨੇ ਉਹਦਾ ਕਿਰਾਇਆ ਲਓ, ਤੋਂ ਪੈਸੇ ਲਓ ਤੋਂ। ਦੂਜੀ ਗੱਲ, ਜਿਹੜਾ ਚੋਰੀ ਕਰ ਰਹੇ ਨੇ, ਰੇਤ ਮਾਫੀਆ, ਬਜਰੀ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਨੌਕਰੀਆਂ ਮਾਫੀਆ ਵੀ ਬਣੇ ਪਏ ਨੇ। ਉਹਦੇ ਤੁਸੀਂ ਨੌਕਰੀਆਂ ਦੇ ਵਾਸਤੇ ਇੱਕ ਤਰੀਕਾ ਬਣਾ ਦਿਓ ਜਿਹਦੇ ਨਾਲ ਪੈਸੇ ਵੀ ਆਮਦਨ ਹੋ ਸਕਦੀ ਹੈ। ਸੋ ਇਹ ਜਿਹੜੇ ਮਾਫੀਏ ਨੇ, ਇਹਨਾਂ ਦੇ ਰਾਹੀਂ ਸਾਰਾ ਪੈਸਾ ਜਿਹੜਾ ਉਹ ਪੈਸਾ ਖਜ਼ਾਨੇ ਚ ਆਉਂਦੀ ਜਾਂ ਜੇਬਾਂ ਚ ਆ ਰਿਹਾ, ਤੁਸੀਂ ਉਹ ਲਓ। ਤੇ ਤੀਜਾ ਤਰੀਕਾ ਕੀ ਸੀ? ਤੀਜਾ ਤਰੀਕਾ ਵੀ ਪੈਸਾ ਇਕੱਠਾ ਕਰਨ ਵਾਸਤੇ ਇੱਕ ਟੈਕਸ, ਇੱਕ ਸੋਰਸ ਹੈ, GST ਆ ਜਿਵੇਂ। ਉਹ ਟੈਕਸ ਤਾਂ ਇਕੱਠਾ ਹੋਊਗਾ ਜੇ ਲੋਕ ਸਮਾਨ ਜ਼ਿਆਦਾ ਖਰੀਦਣਗੇ। ਸਮਾਨ ਜ਼ਿਆਦਾ ਤਾਂ ਖਰੀਦਣਗੇ ਜੇ ਉਹਨਾਂ ਕੋਲ ਪੈਸੇ ਹੋਣਗੇ। ਔਰ ਸਮਾਨ ਉਹ ਬੰਦੇ ਖਰੀਦਣਗੇ ਜਿਨ੍ਹਾਂ ਨੂੰ, ਉਹਨਾਂ ਨੂੰ ਪੈਸਾ ਮਿਲੇ, ਜਿਨ੍ਹਾਂ ਨੂੰ ਸਮਾਨ ਦੀ ਲੋੜ ਹੈ। ਜਿਨ੍ਹਾਂ ਕੋਲ ਪੈਸੇ ਪਹਿਲਾਂ ਹੀ ਵਾਧੂ ਪਏ ਨੇ, ਕੋਠੀਆਂ ਵੱਡੀਆਂ ਬਣੀਆਂ ਹੋਈਆਂ ਨੇ, ਉਹ ਸਮਾਨ ਕਾਹਦਾ ਖਰੀਦਣਗੇ? ਪੈਸੇ ਦੇ ਦਿਓ, ਅੰਦਰ ਬੈਂਕ 'ਚ ਜਮ੍ਹਾਂ ਕਰਾ ਦੇਣਗੇ। ਟੈਕਸ ਤੁਹਾਨੂੰ ਆਉਣਾ ਨਹੀਂ। ਟੈਕਸ ਤੁਹਾਨੂੰ ਤਾਂ ਆਉਣਾ ਹੈ ਕਿ ਉਹਨਾਂ ਬੰਦਿਆਂ ਨੂੰ ਪੈਸੇ ਦਿਓ ਜਿਨ੍ਹਾਂ ਨੂੰ ਲੋੜ ਹੈ। ਉਹ ਕੱਪੜਾ ਖਰੀਦਣਗੇ, ਉਹ ਦੋ ਕਿਤਾਬਾਂ ਖਰੀਦਣਗੇ, ਉਹ ਰੋਟੀ, ਭੋਜਨ ਦਾ ਸਮਾਨ ਖਰੀਦਣਗੇ। ਸੋ ਉਹਨਾਂ ਨੂੰ ਤੁਸੀਂ ਪੈਸਾ ਦਿਓ। ਉਹ ਪੈਸਾ ਕਿੱਥੋਂ ਦੇਣਾ? ਉਹ ਪੈਸਾ ਦੇਣਾ ਸੀ ਕਿ ਤੁਸੀਂ ਆਪਦਾ ਵਪਾਰ ਵਧਾਓ, ਗੁਆਂਢੀ ਸੂਬਿਆਂ ਨਾਲ ਵਪਾਰ ਕਰੋ। ਤੁਸੀਂ ਕਰਾਚੀ ਰਾਹੀਂ ਜਾਂਦੇ ਹੋ, ਤੁਸੀਂ ਇੱਥੋਂ 50 ਕਿਲੋਮੀਟਰ ਤੇ ਲਾਹੌਰ ਜਾ ਕੇ ਵੇਚੋ ਸਮਾਨ ਆਪਦਾ, ਉਧਰੋਂ ਆਉਂਦਾ ਹੀ ਰਿਹਾ ਬਲਖ ਬਖਾਰੇ ਤੋਂ। ਉਹ ਸਮਾਨ ਜਦ ਜਾਏਗਾ, ਉਹਦੇ ਨਾਲ ਟਰਾਂਸਪੋਰਟ, ਉਹਦੇ ਨਾਲ ਜੌਬਸ, ਉਹਦੇ ਨਾਲ ਕੰਪਿਊਟਰ ਵਾਲੇ, ਉਹਦੇ ਨਾਲ ਡਿਜੀਟਲਾਈਜੇਸ਼ਨ, ਉਹਦੇ ਨਾਲ ਐਗਰੀਕਲਚਰ, ਉਹਦੇ ਨਾਲ ਇੰਡਸਟਰੀ, ਘਰੇਲੂ ਉਦਯੋਗ, ਉਹਦੇ ਨਾਲ ਆਰਟ, ਇਹ ਸਾਰਾ ਕੁਝ ਹੀ ਵਧੇਗਾ। ਇਹ ਸਾਰਾ ਕੁਝ ਵਧੇਗਾ। ਮਜ਼ਦੂਰ ਦੇ ਹੱਥ 'ਚ ਪੈਸਾ, ਕਾਰੀਗਰ ਦੇ ਹੱਥ 'ਚ ਪੈਸਾ ਜਾਏਗਾ, ਛੋਟੇ ਦੁਕਾਨਦਾਰ, ਰੇਹੜੀ ਰਿਕਸ਼ੇ ਵਾਲੇ ਕੋਲ ਜਾਏਗਾ, ਉਹਨੂੰ ਖਰਚੇਗਾ। ਉਹ ਖਰਚਣ ਨਾਲ ਤੁਹਾਡੇ ਕੋਲੇ 12% 18% GST ਆਏਗਾ। ਤੁਹਾਡੀ ਆਮਦਨ ਵਧੇਗੀ ਔਰ ਖੁਸ਼ੀ ਆਏਗਾ। ਸੋ ਇਸ ਕਰਕੇ ਆਮਦਨ ਦੇ ਆ 3 ਸੋਰਸ ਹੀ ਉਹ ਨਹੀਂ ਕਰੇ। ਆਮਦਨ ਉਹ ਇਹਨਾਂ ਨੇ ਕੀ ਕਰ ਲਿਆ? ਕਰਜ਼ਾ। ਔਰ ਕੇਂਦਰ ਵੀ ਇਹੀ ਕਰਦਾ ਹੈ। ਕੇਂਦਰ ਦਾ ਬਜਟ ਐਤਕੀ 39 ਲੱਖ, ਪੌਣੇ 45 ਹਜ਼ਾਰ ਕਰੋੜ ਦਾ ਹੈ। ਉਹਦੇ ਵਿੱਚੋਂ 17 ਲੱਖ ਕਰੋੜ ਕਰਜ਼ੇ ਰਾਹੀਂ ਪੂਰਾ ਕਰਨਾ। 8 ਲੱਖ 5 ਹਜ਼ਾਰ ਕਰੋੜ ਵਿਆਜ ਮੋੜਦੇ ਨੇ ਹਰ ਸਾਲ। 5ਵਾਂ ਹਿੱਸਾ ਬਜਟ ਦਾ ਤਾਂ ਵਿਆਜ ਚਲਿਆ ਜਾਂਦਾ। ਸੋ ਇਸ ਕਰਕੇ ਅੱਛਾ, ਫਿਰ ਜਿਹੜਾ ਬਾਕੀ 22 ਲੱਖ ਕਰੋੜ ਇਕੱਠਾ ਕਰਨਾ ਹੈ, ਟੈਕਸਾਂ ਦਾ ਤਾਂ ਉਹਦੇ 19 ਲੱਖ ਕਰੋੜ ਹੈ। ਬਾਕੀ 3 ਲੱਖ ਕਰੋੜ ਜਾਇਦਾਦਾਂ ਵੇਚ ਕੇ ਕਰਨਾ ਹੈ। 에ਅਰ ਇੰਡੀਆ ਵੇਚਤੀ, LIC ਦੀ ਵਾਰੀ ਹੈ ਤੇ ਤਿਆਰੀ ਹੈ, ਤੇ ਬਾਕੀਆਂ ਦੀ ਹੁਣ ਵਾਰੀ ਹੈ। ਇਹ ਸੋ ਇਸ ਕਰਕੇ ਪੈਸਾ ਨਹੀਂ ਇਕੱਠਾ ਕਰੇ। ਇਹ ਦੂਜੀ ਸੀ ਪੰਜਾਬ ਦੀ। ਤੀਜੀ ਮੱਦ ਸੀ ਵੱਡੀ, ਕਿ ਪ੍ਰਸ਼ਾਸਨ ਸੁਚੱਜਾ ਹੋਵੇ, ਲੋਕਾਂ ਦੇ ਕੰਮ ਹੋਣ, ਲੋਕ ਬਦੀਨ ਨਾ ਹੋਣ, ਲੋਕ ਮੰਗਤੇ ਬਣ ਕੇ ਨਾ ਜਾਣ ਵੀ ਜਰਾ ਮੇਰਾ ਇੱਥੇ ਨਾ ਮੇਰੀ FIR ਤਾਂ ਲਿਖ ਲਓ, ਮੇਰੇ ਬੱਚੇ ਨੂੰ ਸਕੂਲ 'ਚ ਪੜ੍ਹਾ ਤਾਂ ਦਿਓ, ਮੇਰਾ ਇਲਾਜ ਤਾਂ ਕਰ ਦਿਓ, ਮੇਰੀ ਰਜਿਸਟਰੀ ਤਾਂ ਕਰ ਦਿਓ, ਮੇਰਾ ਇੰਤਕਾਲ ਤਾਂ ਕਰ ਦਿਓ, ਮੇਰੇ ਆ ਮਨਰੇਗਾ ਦਾ ਕਾਰਡ ਤਾਂ ਬਣਾ ਦਿਓ, ਮੇਰਾ ਆਹ ਮਿਲਣਾ ਸੀ ਪੈਸਾ ਇਹ ਤਾਂ ਦੇ ਦਿਓ। ਉਹ ਹਾੜੇ ਨਾ ਕੱਢਣ ਜੀ। ਪ੍ਰਸ਼ਾਸਨ ਇੰਨਾ ਸੁਚੱਜਾ ਕਰ ਦਿਓ ਕਿ ਉਹਦੇ 'ਚ ਪਾਰਦਰਸ਼ਤਾ ਹੋਵੇ, ਉਹਦੇ 'ਚ ਭ੍ਰਿਸ਼ਟਾਚਾਰ ਖਤਮ ਹੋਵੇ, ਉਹਦੇ 'ਚ ਲੋਕਾਂ ਦਾ ਅਣਖ ਨਾਲ ਕੰਮ ਹੋਵੇ ਤੇ ਫਟਾਫਟ ਕੰਮ ਹੋਵੇ। ਇਹ 3 ਚੀਜ਼ਾਂ ਨੂੰ ਜੇ ਤੁਸੀਂ ਕਰਨਾ ਸ਼ੁਰੂ ਕਰੋਗੇ, ਇਹ ਹਾਥੀ ਦੀ ਪੈਰ ਸਾਰੀਆਂ ਪੈਰਾਂ ਵਿੱਚ ਸਿੱਖਿਆ ਸੁਧਰ ਜੂ।
ਵਿੱਚੇ ਤੁਹਾਡਾ ਸਿਹਤ ਸੁਧਰ ਜੂ, ਵਿੱਚੇ ਪਰਿਆਵਰਨ ਦਾ ਧਿਆਨ ਰਹੂ, ਵਿੱਚੇ ਤੁਹਾਡਾ ਅਰਥਚਾਰਾ ਸੁਧਰ ਜੂ, ਵਿੱਚੇ ਤੁਹਾਡਾ ਬਰਾਬਰਤਾ ਦਾ ਕੁਐਸਚਨ ਸਮਝ ਆ ਜੂ ਵੀ ਇਹ ਸ਼ਡਿਊਲਡ ਕਾਸਟਾਂ ਨੂੰ, ਬੱਚਿਆਂ ਨੂੰ, ਔਰਤਾਂ ਨੂੰ, ਪੇਂਡੂਆਂ ਨੂੰ, ਸ਼ਹਿਰੀਆਂ ਨੂੰ, ਬਜ਼ੁਰਗਾਂ ਨੂੰ, ਇਹ ਇਹਨਾਂ ਨੂੰ, ਵਿੱਚੇ ਖੇਤੀ ਵਾਲਿਆਂ ਨੂੰ, ਵਪਾਰੀਆਂ ਨੂੰ, ਉਹਨਾਂ ਦਾ ਇੱਕ ਬੈਲੈਂਸ ਆ ਜੂ। ਇਹ ਸਾਰਾ ਜਿਹੜਾ ਸੰਤੁਲਨ ਹੈ, ਇਹ ਸੰਤੁਲਨ ਤਾਂ ਹੋਣਾ ਜੇ ਆਹ ਤਿੰਨ ਚੀਜ਼ਾਂ ਦਾ ਪਹਿਲਾਂ ਸੰਤੁਲਨ, ਟੈਕਸੇਸ਼ਨ ਦਾ, ਪਾਰਦਰਸ਼ਤਾ ਤੇ ਕੰਮ ਕਰਨ ਦਾ, ਤੇ ਆਪਦੇ ਅਧਿਕਾਰ ਮੰਗਣ ਦਾ। ਜੀ, ਇਹ ਤਿੰਨੇ ਚੀਜ਼ਾਂ ਕਿਸਾਨ ਅੰਦੋਲਨ ਚ ਸੀਗੀਆਂ। ਕਿਵੇਂ? ਕੇਂਦਰ ਤੋਂ ਆਪਦੇ ਹੱਕ ਮੰਗ ਰਹੇ ਸੀ। ਜਿਹੜਾ ਉੱਥੇ ਭੋਜਨ ਭਾਜਨ ਇਕੱਠਾ, ਉਹਨਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਜਿਹੜੇ ਤਕੜੇ ਸੀ ਉੱਥੇ ਕਈ ਬਦਾਮ ਭੇਜੀ ਜਾਂਦੇ ਸੀ ਉੱਥੇ। ਐਂ ਤਾਂ ਨਹੀਂ ਵੀ ਉੱਥੇ ਕੋਈ ਘਾਟਾ ਸੀ, ਪਰ ਦੇ ਉਹ ਰਹੇ ਸੀ ਜਿਨ੍ਹਾਂ ਕੋਲ ਪੈਸਾ ਸੀ, ਬਲਕਿ ਦੂਜੇ ਤਾਂ ਆ ਕੇ ਖਾ ਕੇ ਜਾ ਰਹੇ ਸੀ। ਆਲੇ ਦੁਆਲੇ ਦੇ ਗਰੀਬ ਭੋਜਨ ਛਕਦੇ ਵੀ ਸੀ ਉੱਥੇ। ਹਾਂਜੀ ਹਾਂਜੀ। ਤੇ ਤੀਜਾ ਸੀ ਉਹਦੇ ਚ ਪਾਰਦਰਸ਼ਤਾ ਸੀ। ਸਭ ਨੂੰ ਪਤਾ ਸੀ ਵੀ ਐਂ ਹੋ ਰਿਹਾ ਜੀ, ਇੰਨਾ ਸਟੇਜ ਤੇ ਪੈਸਾ ਇਕੱਠਾ ਹੋਇਆ, ਜਵਾਬਦੇਹੀ ਸੀ, ਤੇ ਉਹਦੇ ਵਿੱਚ ਫਟਾਫਟ ਕੰਮ ਸੀ। ਜਦ ਕੋਈ ਕਹਿੰਦਾ ਜੀ ਆ ਗਿੱਲੇ ਹੋ ਗਏ, ਉਹਦੀ ਜਾਓ ਜੀ ਹੁਣੇ ਬਦਲ ਲਓ। ਉਹੀ ਕਲਚਰ ਇੱਥੇ ਲੋੜ ਹੈ, ਉਹ ਲੋੜ ਸੀ। ਸੋ ਇਸ ਕਰਕੇ ਆਪਾਂ ਜੇ ਆਪਣੀ ਗੱਲ ਅੱਜ ਲੰਬੀ ਕਰਨ ਦੀ ਬਜਾਏ ਫਿਰ ਕਦੇ ਕਰ ਲਾਂਗੇ। ਮੋਟੇ ਤੌਰ ਤੇ ਤਿੰਨ ਗੱਲਾਂ ਜੇ ਕਰ ਦਿੰਦੇ, ਸੂਬਿਆਂ ਦੇ ਅਧਿਕਾਰ, ਟੈਕਸ ਇਕੱਠਾ ਕਰਨਾ ਅਮੀਰਾਂ ਤੋਂ, ਜਿਨ੍ਹਾਂ ਕੋਲ ਪੈਸਾ ਉਹਨਾਂ ਤੋਂ, ਜਿਹੜੇ ਸਾਡਾ ਸਮਾਨ ਵਰਤਦੇ ਨੇ, ਤੇ ਤੀਜੀ ਗੱਲ ਪਾਰਦਰਸ਼ਤਾ ਕਰਕੇ ਇੱਕ ਸੁਚੱਜਾ ਪ੍ਰਸ਼ਾਸਨ ਦੇਣਾ, ਤਾਂ ਕਿ ਲੋਕ ਅਣਖ ਨਾਲ ਆਪਣੇ ਕੰਮ ਕਰਾਉਣ। ਤੇ ਇਹ ਤਿੰਨਾਂ ਦੇ ਵਿੱਚ ਹਾਥੀ ਦੀ ਪੈਰ ਸਾਰੀਆਂ ਪੈਣਾ। ਤਿੰਨੇ ਚੀਜ਼ਾਂ ਹੀ ਪੰਜਾਬ 'ਚ ਮਾਈਨਸ ਹੋਈਆਂ ਨੇ। ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਜ਼ੀਰੋ ਨੇ। ਔਰ ਇਹ ਹੋਰ ਗੱਲ ਹੈ, ਸਿਆਸਤਦਾਨ ਇਹਨਾਂ ਤੇ ਧਿਆਨ ਹੀ ਨਹੀਂ ਦੇ ਰਿਹਾ। ਇਹ ਡਾਕਟਰ ਸਾਹਿਬ, ਇਹ ਆਪਣੀ ਗੱਲ ਇਹ ਲੰਬੀ ਹੋ ਗਈ। ਤੇ ਵੈਸੇ ਇਹ ਹੈ ਕਿ ਜਿਸ ਤਰ੍ਹਾਂ ਇਸ ਵਾਰ ਦੋ ਧਿਰਾਂ ਨਵੀਆਂ ਆਈਆਂ, ਜਿੰਦਾ ਆਪਾਂ ਜ਼ਿਕਰ ਕੀਤਾ ਹੈ ਕਿ ਪਹਿਲਾਂ 3 ਕੋਨੇ ਤੱਕ ਮੁਕਾਬਲੇ ਪਹੁੰਚੇ ਸੀ 2017 ਚ, ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ। ਤਾਂ ਇਹ ਦੱਸਿਓ ਕਿ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਚ ਕਿਸ ਕਿਸਮ ਦੀ ਚੇਂਜ ਬਦਲ ਸਕਦੀ ਹੈ ਜਾਂ ਕੀ ਹੋ ਸਕਦਾ ਇਹਦੇ ਨਾਲ? ਕਿਉਂਕਿ ਕਈ ਜਿਹੜੇ ਸਰਵੇਖਣ ਆ ਰਹੇ ਆ ਉਹ ਇਹ ਕਹੀ ਜਾ ਰਹੇ ਕਿ ਹੰਗ ਅਸੈਂਬਲੀ ਵੀ ਆ ਸਕਦੀ ਹੈ, ਕੁਝ ਇਹ ਕਹੀ ਜਾ ਰਹੇ ਆ ਕਿ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਸਕਦਾ ਹੈ। ਦੇਖੋ, ਇਹ ਦੋਨੇ ਗੱਲਾਂ ਸਰਵੇਖਣ ਜਿਹੜੇ ਨੇ, ਕਿਉਂਕਿ ਸਰਵੇਖਣ ਤਾਂ ਸਰਵੇਖਣ ਹੀ ਹੁੰਦੇ ਨੇ। ਨਹੀਂ, ਉਹ ਤਾਂ ਠੀਕ ਹੈ ਤੁਹਾਡੀ। ਇਹ ਦੋਨੇ ਗੱਲਾਂ ਜੋ ਮੈਂ ਪੰਜਾਬ ਦੀ ਹਾਲਤ ਦੇਖਦਾ, ਮੈਂ ਤਾਂ ਸਿੰਪਲਾਈਜ਼ ਕਰਕੇ ਗੱਲ ਨੂੰ ਉਹੀ ਮੈਂ ਕਹਿੰਦਾ। ਨਹੀਂ, ਤੁਸੀਂ ਠੀਕ ਹੈ, ਉਹਦੇ ਚ ਆਮ ਆਦਮੀ ਪਾਰਟੀ ਅੱਗੇ ਆਇਆ ਇਸ ਵੇਲੇ। ਕੱਲ ਨੂੰ ਕੀ ਹੁੰਦਾ ਵੱਖਰੀ ਗੱਲ ਹੈ, ਜਿਵੇਂ ਮੌੜ ਬੰਬ ਧਮਾਕਾ ਹੋ ਗਿਆ ਸੀ, ਹੋਰ ਹੋ ਗਿਆ ਸੀ, ਕਈ ਗੱਲਾਂ ਹੁੰਦੀਆਂ ਨੇ। 2017 ਵਿੱਚ ਵੀ ਤਾਂ ਅੱਗੇ ਹੀ ਸੀ ਜੀ। ਮੈਂ ਉਹਨਾਂ ਉਹੀ ਤਾਂ ਹੀ ਮੈਂ ਕਿਹਾ ਮੌੜ ਬੰਬ ਧਮਾਕਾ ਹੋਇਆ, ਕਿ 2019 ਚ ਜੇ ਪੁਲਵਾਮਾ ਨਾ ਹੁੰਦਾ ਤਾਂ ਮੋਦੀ ਸਾਹਿਬ ਨੇ ਦੁਬਾਰਾ ਨਹੀਂ ਹੋਣਾ ਸੀ। ਸੋ ਕੋਈ ਪਤਾ ਨਹੀਂ, ਅਜੇ ਦਿਨ ਪਏ ਨੇ 7 ਹੋਰ 8। ਤੇ ਦੂਜੀ ਗੱਲ, 7 ਵੀ ਨਹੀਂ, ਹੁਣ ਤਾਂ 6 ਹੀ ਰਹਿ ਗਏ। ਅੱਜ 13 ਤਾਂ ਹੋ ਹੀ ਗਈ, 6 ਹੀ ਦਿਨ ਨੇ ਵਿਚਾਰੇ, 20 ਨੂੰ ਤਾਂ ਵੋਟਾਂ ਹੀ ਨੇ। ਸੋ ਕੁਛ ਨਾ ਕੁਛ ਇੱਕ ਤਾਂ ਕੋਈ ਐਡੀ ਵੱਡੀ ਗੱਲ ਹੋ ਜਾਏ। ਅਦਰਵਾਈਜ਼ ਅੱਜ ਦੇ ਦਿਨ ਚ, ਕਿਉਂਕਿ ਕਾਂਗਰਸ ਦਾ ਆਪਸ ਦਾ ਕਾਟੋਕੂਲੇਸ਼ਨ ਨਹੀਂ ਖਤਮ ਹੋ ਰਿਹਾ, ਤੇ ਦੂਜੀ ਗੱਲ ਜਿਹੜਾ ਮਾੜਾ ਮੋਟਾ ਉਹਨਾਂ ਦੇ ਪ੍ਰਧਾਨ ਤੋਂ ਲੋਕਾਂ ਨੂੰ ਆਸ ਸੀ ਵੀ ਕੋਈ ਅਸੂਲਾਂ ਦੀ ਪੋਲਿਟਿਕਸ ਲੈ ਕੇ ਆ ਰਿਹਾ ਹੈ, ਇਮਾਨਦਾਰੀ ਦੀ ਮੁੱਦਿਆਂ ਦੀ, ਉਹ ਇੱਕ ਕਿਸਮ ਦਾ ਆਈਸੋਲੇਟਡ ਹੀ ਹੈ। ਅੱਜ ਤੱਕ ਬੋਲੇ ਵੀ ਨਹੀਂ ਉੱਥੇ, ਜਿੱਥੇ ਧੂਰੀ ਚ ਪ੍ਰਿਯੰਕਾ ਗਾਂਧੀ ਦੀ ਰੈਲੀ ਸੀ, ਉੱਥੇ ਬੋਲਣ ਤੋਂ ਇਨਕਾਰ ਕਰ। ਬੋਲਣਾ ਕਾਂਗਰਸ ਦੀ ਇੰਟਰਨਲ ਮਾਮਲਾ ਹੈ, ਪਰ ਮੈਨੂੰ ਐਂ ਲੱਗਦਾ ਵੀ ਕਾਂਗਰਸ ਹੁਣ ਜੇ ਉਹਨੂੰ ਕੋਈ ਜ਼ਿੰਮੇਵਾਰੀ ਦੇ ਵੀ ਦੇਵੇ ਜਾਂ ਕਰਾ ਵੀ ਲਵੇ, ਹੁਣ ਬਹੁਤਾ ਹੋਣ ਵਾਲਾ ਨਹੀਂ। ਜੋ ਡੈਮੇਜ ਹੋਣਾ ਸੀ ਕਾਫੀ ਹੋ ਚੁੱਕਿਆ, ਤੇ ਉਹਦੇ ਵਿੱਚ ਲੋਕ ਜਿਹੜੇ ਸੀ ਵਿੱਚ ਵਿਚਾਲੇ, ਦੇਖੋ ਬਦਲਾਅ ਕਿਹਨੇ ਕਰਨਾ, ਬਸ ਆਪਾਂ ਛੋਟੀ ਕਰ ਦਿੰਦੇ ਹਾਂ ਗੱਲ ਨੂੰ। 20% ਵੋਟ ਅਕਾਲੀਆਂ ਦੀ ਪੱਕੀ ਹੈ, ਉਹ ਜਿੰਨੇ ਮਰਜ਼ੀ ਥੱਲੇ ਜਾ ਰਹੇ ਨੇ, ਸੀਟਾਂ ਘੱਟ ਆਉਣ ਵੱਧ ਆਉਣ, 20% ਕਾਂਗਰਸੀਆਂ ਦੀ ਪੱਕੀ ਹੈ। ਜਿਹੜੀ ਬਦਲਾਅ ਚਾਹਣ ਵਾਲੀ ਵੋਟ ਹੈ ਉਹ ਆਪ ਕੋਲੇ ਸੀ, ਉਹ 23.5% ਵੋਟ ਪਿਛਲੇ ਵਾਰੀ ਲਈ ਸੀ। 20 ਸੀਟਾਂ ਜਿੱਤੇ ਸੀ, 26 ਤੇ ਸੈਕੰਡ ਆਏ ਸੀ। 3-4 ਸੀਟਾਂ ਤੇ ਥਰਡ ਵੀ ਐ ਥੋੜੇ 100-500 ਦੇ ਮਾਰਜਨ ਨਾਲ ਸੀਗੇ, ਪ੍ਰੈਕਟੀਕਲੀ 30 ਦੇ ਉੱਤੇ ਸੀ। ਕਿ ਉਹ ਜਿਹੜੀ ਬਦਲਾਅ ਵਾਲੀ ਵੋਟ ਹੈ 605 ਚ ਸੀਗੀ, ਵੀ ਸਿੱਧੂ ਵੱਲ ਜਾਈਏ ਕਿ ਆਪ ਵੱਲ ਜਾਈਏ। ਜਿੱਦਾਂ ਦਾ ਸਿੱਧੂ ਦਾ ਪੱਤਾ ਕੱਟਤਾ ਪ੍ਰੈਕਟੀਕਲੀ, ਉਦੋਂ ਦੀ ਉਹ ਵੋਟ ਨੂੰ ਫੈਸਲਾ ਲੈਣਾ ਸੌਖਾ ਹੋ ਗਿਆ, ਵੀ ਛੱਡ ਯਾਰ ਹੁਣ ਇਹਨਾਂ ਨੇ ਤਾਂ ਇਹੀ ਕੁਛ ਕਰਨਾ। ਹੁਣ ਆ ਗਿਆ ਕੋਈ ਕਹੂਗਾ ਵੀ ਨਹੀਂ, ਦਲਿਤ ਜਿਹੜੀ ਸ਼ੈਡਿਊਲਡ ਕਾਸਟ ਵੋਟ ਆ ਉਹਦਾ ਬੈਨੀਫਿਟ ਹੋਊ। ਸ਼ੈਡਿਊਲਡ ਕਾਸਟ ਵੋਟ ਨੂੰ ਰਾਮ ਰਹੀਮ ਨੂੰ ਪਰੋਲ ਤੇ ਲਿਆ ਕੇ, ਫਰਲੋ ਐਂਡ ਪਰੋਲ ਦੋਨੇ ਇਕੱਠੇ ਕਰਤੇ। ਉਹਦੇ ਵਿੱਚ ਜਿਹੜੀ ਮਾਲਵੇ ਚ ਉਹਦੀ ਫੋਲੋਇੰਗ ਹੈ ਰਾਮ ਰਹੀਮ ਦੀ, ਉਹ ਸ਼ੈਡਿਊਲਡ ਕਾਸਟ ਵੋਟ ਬਹੁਤ ਜ਼ਿਆਦਾ ਹੈ। ਉਹ ਜਿਹੜੀ ਫੋਲੋਇੰਗ ਆ ਉਹ ਬੀਜੇਪੀ ਨੂੰ ਜਾਊਗੀ, ਤੇ ਉਹਨਾਂ ਨੇ ਡਿਕਲੇਅਰ ਵੀ ਕਰਤਾ ਕਿ ਜੀ ਬੀਜੇਪੀ ਚੰਗੀ ਹੈ, ਜਿਹਨੇ ਸਾਡੀ ਮਦਦ ਕਰੀ, ਉਂਝ ਅਕਾਲੀ ਵੀ ਮਾੜੇ ਨਹੀਂ।
ਸੋ ਸਪਸ਼ਟ ਹੈ ਬੀਜੇਪੀ ਔਰ ਅਕਾਲੀਆਂ ਨੂੰ ਜਾਏਗੀ ਉਹ ਵੋਟ। ਔਰ ਉਹਨਾਂ ਦੇ ਉਸ ਬੰਦੇ ਨੇ ਕਿਹਾ ਜਿਹੜਾ ਉਹਨਾਂ ਦੀ ਪੋਲੀਟੀਕਲ ਵਿੰਗ ਦਾ ਉਹ ਹੈ ਇੰਚਾਰਜ ਬੁਲਾਰਾ। ਹਾਂ, ਸੋ ਇਸ ਕਰਕੇ ਤਾਂ ਸਪਸ਼ਟ ਹੀ ਹੋ ਗਿਆ। ਚਾਹੇ ਉਹ ਨਾ ਕਹਿਣ ਵੀ ਬੀਜੇਪੀ ਨੂੰ ਪਾ ਦਿਓ, ਇਹਨੂੰ ਪਾ ਦਿਓ, ਉਹਨਾਂ ਨੇ ਕਹਿਤਾ ਵੀ ਸਾਨੂੰ ਆਹ ਚੰਗੇ ਨੇ, ਆਹ ਵੀ ਮਾੜੇ ਨਹੀਂ, ਬਾਕੀ ਤਾਂ ਛੱਡਤੇ ਉਹਨਾਂ ਨੇ। ਸੋ ਇੱਕ ਇਹ ਹੋ ਗਿਆ। ਉਹਦੇ ਨਾਲ ਕੀ ਹੋਇਆ ਵੀ ਜਿਹੜੀ ਸ਼ਡਿਊਲਡ ਕਾਸਟ, ਦੂਜਾ ਫੈਕਟਰ ਇਹ ਹੈ ਵੀ ਜਿੰਨੀ ਕੁ ਸ਼ਡਿਊਲਡ ਕਾਸਟ ਵੋਟ ਚੰਨੀ ਸਾਹਿਬ ਕਰਕੇ ਸ਼ਡਿਊਲਡ ਕਾਸਟ ਵੋਟ ਕਾਂਗਰਸ ਨੂੰ ਜਦ ਮਿਲਣੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਜਿੰਨੀ ਕੁ ਸ਼ਡਿਊਲਡ ਕਾਸਟ ਵੋਟ ਮਿਲਣੀ ਹੈ ਉਨੀ ਕੁ ਬਾਕੀ ਕਾਸਟਾਂ ਦੀ ਹਾਇਰ ਕਾਸਟ ਵੋਟ ਹੈ ਜਿਹੜੀ ਉਹਦੇ ਨਾਲ ਟੁੱਟ ਜਾਣੀ ਹੈ। ਜੀ ਜੀ, ਕਿਉਂਕਿ ਉਹਨਾਂ ਦੇ ਵੀ ਆਪਦੇ ਮਸਲੇ ਹੈਗੇ ਨੇ, ਜੇ ਕਾਸਟ ਕੁਐਸਚਨ ਦੇ ਉੱਤੇ ਮਸਲੇ ਦੇਖਣੇ ਨੇ, ਉਨੀ ਕੋ ਟੁੱਟ ਜਾਣੀ ਹੈ। ਸੋ ਨਿਉਦੇ ਪਾਲੋ ਕੋਕੇ ਪਾਲੋ, ਕਾਂਗਰਸੀ ਵੋਟ ਪਿਛਲੇ ਨਾਲੋਂ ਕਾਫੀ ਘਟੇਗੀ, ਵੱਧਦੀ ਨਹੀਂ। ਜਿਹੜੀ ਅਕਾਲੀ ਦਲ ਹੈ, ਅਕਾਲੀ ਦਲ ਦੀ ਵੋਟ ਜਿਹੜੀ ਹੈ 25.5% ਪਿਛਲੇ ਵਾਰੀ ਸੀ, ਹੁਣ 27 ਹੋ ਜੂ ਵੱਧ ਤੋਂ ਵੱਧ ਵੋਟ ਆਪ ਦੀ ਵਧੂ। ਜਿਹੜੀ ਬੀਜੇਪੀ ਹੈ ਉਹਨੂੰ ਕੋਈ ਬਹੁਤ ਜ਼ਿਆਦਾ ਵੋਟ ਨਹੀਂ ਮਿਲੇਗੀ। ਬੀਜੇਪੀ ਪੀਐਲ ਸਿੰਘ ਦਾ ਉਮੀਦਵਾਰ ਨਹੀਂ ਮਿਲੇ। ਬੀਜੇਪੀ ਦੀ ਪਹਿਲੀ 35 ਦੀ ਲਿਸਟ ਦੇ ਵਿੱਚ 20 ਤਾਂ ਟਰਨਕੋਟ ਸੀਗੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਸੀਗੇ। ਜੀ ਜੀ, ਸੋ ਇਸ ਕਰਕੇ ਤੇ ਜਿਹੜਾ ਸੰਯੁਕਤ ਉਹ ਹੈਗਾ ਅਕਾਲੀ ਦਲ ਨਾ, ਸੰਯੁਕਤ ਅਕਾਲੀ ਦਲ, ਉਹਦੀ ਤਾਂ ਇੱਕ ਅੱਧੀ ਸੀਟ ਤੋਂ ਵੈਸੇ ਕੋਈ ਹੈ ਨਹੀਂ, ਉਹਦੀ ਪਹੁੰਚ ਹੀ ਨਹੀਂ ਬਹੁਤੀ। ਤੇ ਜੇ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰੀਏ, ਫਿਰ ਤੋਂ ਉਹਨੇ ਵੀ ਕੋਈ ਨਵੀਂ ਨਹੀਂ ਪਾਈ। ਦਲ ਬਦਲੂ ਵੀ ਉਹਨਾਂ ਨੇ ਲੈ ਲਏ, ਟਿਕਟਾਂ ਦਾ ਵੀ ਉਹਨਾਂ ਦਾ ਰੌਲਾ ਪੈ ਗਿਆ। ਉਹੋ ਜਿਹਾ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਕੁਛ ਕਰਿਆ ਹੀ ਨਹੀਂ ਸੀ, ਉਹੋ ਜਿਹਾ ਨਾਲ ਸਮਝੌਤੇ ਕਰ ਲਏ। ਜਿਹੜੇ ਕਹਿੰਦੇ ਸੀ ਇਹ ਤਾਂ ਕਾਨੂੰਨ ਠੀਕ ਨੇ ਤੇ ਇਹਨਾਂ ਨਾਲ ਹੀ ਹੁਣ ਗੁਜ਼ਾਰਾ ਕਰਨਾ, ਕੋਈ ਤਾਂ ਵਾਪਸ ਹੋ ਹੀ ਨਹੀਂ ਸਕਦੇ, ਉਹਨਾਂ ਨਾਲ ਸਾਂਝ ਪਾ ਕੇ ਖੜ ਗਏ, ਕਰੰਗਲੀ ਪਾ ਕੇ ਖੜ ਗਏ। ਸੋ ਇਸ ਕਰਕੇ ਸੰਯੁਕਤ ਸਮਾਜ ਅੱਜ ਉਹ ਰੁੱਦੂ ਸਿੰਘ ਮਾਨਸਾ ਛੱਡ ਹੀ ਗਿਆ ਪੂਰੀ ਤਰ੍ਹਾਂ, ਤੇ ਨਾਲ ਉਹਨਾਂ ਨੇ ਆਪਦਾ ਕੈਂਡੀਡੇਟ ਉਹ ਭਿੱਖੀ ਤੋਂ ਵਿਡਰਾ ਵੀ ਕਰ ਲਿਆ, ਗੁਰਪ੍ਰੀਤ ਸਿੰਘ, ਪੰਜਾਬ ਕਿਸਾਨ ਯੂਨੀਅਨ। ਹਾਂ, ਸੋ ਇਸ ਕਰਕੇ ਹੁਣ ਜਿਹੜਾ ਹੈ ਸੰਯੁਕਤ ਸਮਾਜ ਮੋਰਚਾ ਕੁਝ ਵੋਟਾਂ ਤੋੜੇਗਾ। ਉਹ ਵੋਟਾਂ ਇਹਨਾਂ ਨੇ ਸਾਰਾ ਅਕਾਲੀ ਦਲ, ਕਾਂਗਰਸ ਤੇ ਬੀਜੇਪੀ, ਇਹਨਾਂ ਦੀ ਇੱਛਾ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਖੜਾ ਰਹੇ ਤਾਂ ਕਿ ਉਹ ਆਪ ਦੀ ਵੋਟ ਤੋੜੇਗਾ, ਕਿਉਂਕਿ ਫਲੋਟਿੰਗ ਵੋਟ ਤੋੜਨੀ ਸੀ ਉਹਨੇ। ਬਦਲਾਅ ਵਾਲੀ ਵੋਟ ਸੀ, ਬਦਲਾਅ ਵਾਲੀ ਵੋਟ ਹੁਣ ਉਹ ਤੋੜ ਨਹੀਂ ਸਕਦਾ ਬਹੁਤਾ, ਕਿਉਂਕਿ ਉਹਦੇ ਤੋਂ ਉਮੀਦ ਨਹੀਂ ਰਹੀ ਲੋਕਾਂ ਨੂੰ। ਤੁਹਾਡੀ ਗੱਲ ਤੋਂ ਇਹ ਗੱਲ ਆ ਰਹੀ ਹੈ ਸਾਹਮਣੇ ਕਿ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਚੋਣ ਦੀ ਜਿਹੜੀ ਲੜਾਈ ਹੋ ਰਹੀ ਹੈ ਉਹ ਦੋ ਹਿੱਸਿਆਂ 'ਚ ਵੰਡੀ, ਇੱਕ ਤਾਂ ਰਵਾਇਤੀ ਪਾਰਟੀਆਂ ਤੇ ਇੱਕ ਬਦਲਾਅ ਵਾਲੀ ਪਾਰਟੀਆਂ। ਐਗਜ਼ੈਕਟਲੀ, ਬਦਲਾਅ ਵਾਲੀ ਵੋਟ, ਪਾਰਟੀ ਨਹੀਂ ਮੈਂ ਕਹਿੰਦਾ, ਪਹਿਲਾਂ ਬਦਲਾਅ ਵਾਲੀ ਵੋਟ। ਬਿਲਕੁਲ ਠੀਕ ਕਹਿ ਰਹੇ ਤੁਸੀਂ, ਠੀਕ ਕਹਿ ਰਹੇ। ਉਹ ਬਦਲਾਅ ਦੀ ਵੋਟ ਤਿੰਨ ਹਿੱਸਿਆਂ 'ਚ ਸ਼ੁਰੂ 'ਚ ਵੰਡੀ ਗਈ ਸੀ, ਇੱਕ ਸੰਯੁਕਤ ਸਮਾਜ ਮੋਰਚਾ, ਇੱਕ ਸਿੱਧੂ, ਇੱਕ ਆਪ। ਹੁਣ ਸੰਯੁਕਤ ਸਮਾਜ ਮੋਰਚੇ ਦਾ ਵੀ ਲੋਕਾਂ ਦੇ ਸਾਹਮਣੇ ਆ ਗਿਆ ਇਹੀ ਸਾਰਾ ਕੁਝ, ਸਿੱਧੂ ਵਾਲਾ ਪਾਰਟ ਵੀ ਆ ਗਿਆ। ਹੁਣ ਉਹਦੇ ਚੋਂ ਬਹੁਤਾ ਵੱਡਾ ਹਿੱਸਾ ਸੌਖਾ ਹੋ ਗਿਆ ਉਹਨਾਂ ਵਾਸਤੇ ਆ 6 ਦਿਨਾਂ 'ਚ ਫੈਸਲਾ ਕਰਨਾ। ਸੋ ਇਸ ਕਰਕੇ ਮੇਰੀ ਐਨਾਲਿਸਿਸ ਆ, ਇਹ ਰੀਜ਼ਨਸ ਨੇ ਕਿ ਪੁਰਾਣਾ ਸਾਰਾ ਡਾਟਾ ਦੇਖ ਕੇ 117 ਅਸੈਂਬਲੀ ਸੀਟਾਂ ਦੇ ਮੇਰੇ ਕੋਲ ਕੱਢ ਕੇ ਦਾ ਡਾਟਾ ਪਿਆ ਸਾਰੀ ਸੀਟ ਦਾ, ਐ ਨਹੀਂ ਵੀ ਇੱਕ ਕੱਲੇ ਕੈਂਡੀਡੇਟ ਦਾ, ਜੇ 8 ਕੈਂਡੀਡੇਟ 8 ਦਾ ਵੀ ਜਿਹਨੂੰ ਇਹਨੂੰ 20 ਵੋਟਾਂ ਮਿਲੀਆਂ, ਨੋਟਾਂ ਨੂੰ ਕਿੰਨੀਆਂ ਮਿਲੀਆਂ ਇਹ ਵੀ ਹੈ ਰਿਕਾਰਡ। ਸੋ ਉਹਦੇ ਵਿੱਚ ਇਹ ਸਾਹਮਣੇ ਸਾਡੇ ਅੰਤ ਹੈ। ਸੋ ਸਾਨੂੰ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਮੋਟੇ ਤੌਰ ਤੇ ਵੀ ਅੱਜ ਪੰਜਾਬ ਦੇ ਵਿੱਚ, ਔਰ ਆਪ ਦਾ ਇੱਕ ਹੋਰ 100 ਨੁਕਸਾਨ, ਉਹ ਕਹਿੰਦੇ ਨੇ ਜਿਹੜਾ ਆਪਾਂ ਇੱਕ ਮੁੱਦਾ ਕਹਿੰਦਾ ਪਾਰਦਰਸ਼ਤਾ ਤੇ ਗਵਰਨੈਂਸ, ਉਹਦੀ ਉਹ ਗੱਲ ਵੀ ਕਰਦੇ ਨੇ ਜੀ। ਹਾਲਾਂਕਿ ਉਹ ਤਾਂ 3 ਵਾਰੀ ਐਡਓਪੀ ਬਦਲਿਆ, 10 MLA ਉਹਨਾਂ ਦੇ ਟੁੱਟ ਗਏ 20 ਚੋਂ, ਉਹਨਾਂ ਦੇ ਚਾਰਜ ਨਹੀਂ ਹੈਗੇ ਬਹੁਤਾ ਵੀ ਇਹਨਾਂ ਨੇ ਤਾਂ ਜੀ ਪੈਸੇ ਖਾ ਗਏ ਜੀ, ਆਹ ਕਰ ਗਿਆ। ਕਹਿਣ ਨੂੰ ਤਾਂ ਬਹੁਤ ਕੁਝ ਕਹਿ ਸਕਦੇ ਲੋਕ, ਪਰ ਅਜੇ ਤੱਕ ਉਸ ਤਰੀਕੇ ਦੇ ਚਾਰਜ ਨਹੀਂ ਲੱਗੇ। ਹੁਣ ਉਹਦੇ ਵਿੱਚ ਕਾਂਗਰਸੀ ਕੀ ਨੇ ਆਪ ਹਰਾਉਣ ਤੇ ਲੱਗੇ ਹੋਏ ਨੇ, ਸੁਖਪਾਲ ਖਹਿਰੇ ਨੂੰ ਤੇ ਨਵਤੇਜ ਚੀਮੇ ਨੂੰ ਤੇ ਇਸ ਨੂੰ ਪ੍ਰਗਟ ਸਿੰਘ ਨੂੰ ਹਰਾਉਣ ਤੇ ਤਾਂ ਇਹਨਾਂ ਦਾ ਕੱਲਾ ਹੀ ਉਹ ਬਹੁਤ ਹੈ, ਰਾਣਾ ਗੁਰਜੀਤ ਉਹ ਲੱਗਿਆ ਹੋਇਆ, ਓਪਨਲੀ ਡਿਕਲੇਅਰ ਕਰਦਾ ਆਪਦਾ ਮੁੰਡਾ ਖੜਾ ਕਰਿਆ। ਚੰਨੀ ਸਾਹਿਬ ਨੇ ਇੱਥੇ ਬਸੀ ਪਠਾਨਾਂ ਦੀ ਸੀਟ ਹਰਾਉਣ ਵਾਸਤੇ ਆਪਦਾ ਭਰਾ ਖੜਾ ਕਰਿਆ ਹੋਇਆ। 2 ਸੀਟਾਂ ਦੇ ਖੁਦ ਚੰਨੀ ਸਾਹਿਬ ਇਕੱਠੇ ਲੜ ਰਹੇ ਨੇ। ਫੇਰ ਰਾਜਾ ਵੜਿੰਗ ਨੂੰ ਹਰਾਉਣ ਵਾਸਤੇ ਮਨਪ੍ਰੀਤ ਬਾਦਲ ਲੱਗਿਆ ਹੋਇਆ। ਫੇਰ ਜੇ ਅਸੀਂ ਦੇਖੀਏ ਜਿਹੜੇ ਹੈਗਾ ਸਿੱਧੂ, ਉਹਨੂੰ ਹਰਾਉਣ ਵਾਸਤੇ ਬੀਜੇਪੀ, ਅਕਾਲੀ, ਸੰਯੁਕਤ ਅਕਾਲੀ ਦਲ ਤੇ ਕਾਂਗਰਸ ਦੇ ਵਿਰੋਧੀ ਸਾਰੇ ਹੀ ਲੱਗੇ ਹੋਏ ਆ, ਉਹ ਸਾਰੇ ਹੀ ਲੱਗੇ ਹੋਏ ਨੇ ਸਣੇ ਆਪ। ਸੋ ਸੰਯੁਕਤ ਉਹਦੇ ਕਿਉਂਕਿ ਉਹਦੀ ਪੂਰੀ ਵਾਲੇ ਦਾ ਸਭ ਦੇ ਇਕੱਠ ਹੈ। ਸੋ ਜਦ ਕਾਂਗਰਸ ਦੇ 5-6 ਜਿਹੜੇ ਤਕੜੇ ਕੈਂਡੀਡੇਟ ਨੇ ਉਹਨਾਂ ਨੂੰ ਹਰਾਉਣ ਤੇ ਲੱਗੀ ਹੋਈ ਆ ਕਾਂਗਰਸ। ਅੱਜ ਕਾਂਗਰਸ ਦਾ ਉਹ ਹਾਲ ਹੈ ਜੋ 2007 ਔਰ 2012 7 ਚ ਵੀ 12 ਚ ਵੀ ਕੈਪਟਨ ਨੇ ਕਰਿਆ ਸੀ ਕਿ ਵੀ ਆਪਦੇ ਵਿਰੋਧੀਆਂ ਨੂੰ ਹਰਾਉਣ ਤੁਰ ਪਿਆ ਸੀ। 46 ਸੀਟਾਂ ਲੈ ਕੇ ਕਾਂਗਰਸ ਹਾਰ ਗਈ ਸੀ।
ਅਗਲੀ ਵਾਰੀ 44 ਲੈ ਕੇ ਹਾਰੀ ਸੀ, ਉਹ ਇਸੇ ਕਰਕੇ ਹਾਰੇ ਸੀ। ਆਦੇਸ਼ ਪ੍ਰਤਾਪ 59 ਕੇ ਕਿੰਨੀਆਂ ਵੋਟਾਂ ਤੇ ਜਿੱਤਿਆ ਸੀ। ਇੱਕੋ ਡੂੰਬਾ ਜਿੱਤੀ ਸੀ ਇੱਥੋਂ ਸ਼ਤਰਾਣੇ ਤੋਂ, ਉਹ 735 ਵੋਟਾਂ ਤੇ ਜਿੱਤੀ ਸੀ। ਸੋ ਇਸ ਕਰਕੇ ਨਵਜੋਤ ਕੌਰ ਸਿੱਧੂ ਜਿੱਤੀ ਸੀ 12 ਚ 33,000 ਵੋਟ ਲੈ ਕੇ ਬੀਜੇਪੀ ਦੀ ਟਿਕਟ ਤੋਂ, ਜਦ ਕਿ ਕਾਂਗਰਸ ਦੀਆਂ 2 ਬੀਬੀਆਂ ਖੜੀਆਂ ਹੋ ਗਈਆਂ, ਉਹਨਾਂ ਨੂੰ 55,000 ਵੋਟ ਮਿਲੀ ਸੀ ਇਸੇ ਈਸਟ ਦੇ ਵਿੱਚ। ਅੰਮ੍ਰਿਤਸਰ ਈਸਟ ਦੇ ਵਿੱਚ 55,000 ਵੋਟ ਮਿਲੀ ਸੀ, ਪਰ ਕਾਂਗਰਸ ਹਾਰੀ ਸੀ। ਡਾਕਟਰ ਸਾਹਿਬ ਆਪਣਾ ਸਮਾਂ ਖਤਮ ਹੋ ਰਿਹਾ, ਤੁਸੀਂ ਉਹਨਾਂ ਨੂੰ ਸੰਖੇਪ ਚ ਓਵਰਆਲ ਜਿਹੜੀ ਤੁਹਾਡੀ ਟਿੱਪਣੀ ਹੈਗੀ ਆਖਰੀ ਉਹ ਦਿਓ। ਹਾਂ, ਓਵਰਆਲ ਇੱਕ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਚਾਹੀਦੀ ਸੀ, ਉਹ ਸਿਆਸਤ ਨਹੀਂ ਹੋ ਰਹੀ। ਕੱਲ ਸਿੱਧੂ ਨੇ ਥੋੜੇ ਜਿਹੇ ਪਾਏ ਨੇ ਮੁੱਦੇ ਦੇ ਤੌਰ ਤੇ ਗੱਲ ਕਰੀ ਹੈ, ਗਵਰਨੈਂਸ, ਫਾਈਨੈਂਸਿਸ, ਕਿਸਾਨ, ਐਂਟਰਪ੍ਰੀਨਰਸ਼ਿਪ, ਲੇਬਰ, ਮਜ਼ਦੂਰਾਂ ਦਾ ਕੀ ਕਰਾਂਗੇ, ਇਹ ਇਸ਼ੂ ਉਹਨੇ ਲਏ ਨੇ। ਵਪਾਰ, ਇੰਡਸਟਰੀ। ਦੂਜਾ ਇਹਦੇ ਵਿੱਚ ਲੋੜ ਸੀ ਕਿ ਅਸੀਂ ਸੂਬਿਆਂ ਦੇ ਵੱਧ ਅਧਿਕਾਰਾਂ ਵਾਸਤੇ, ਖਾਸ ਕਰਕੇ ਪੰਜਾਬ ਵਾਸਤੇ ਲੜੀਏ। ਉਹ ਕਿਸੇ ਪਾਰਟੀ ਨੇ ਨਹੀਂ ਲਿਆ। ਸੰਯੁਕਤ ਸਮਾਜ ਮੋਰਚੇ ਨੇ ਥੋੜਾ ਜਿਹਾ ਹਿੰਟ ਮਾਰਿਆ ਉਹਦੇ 'ਚ, ਪਰ ਉਸ ਤਰੀਕੇ ਨਾਲ ਨਹੀਂ ਲਿਆ। ਅਕਾਲੀ ਦਲ ਤੋਂ ਵੀ ਸੀ, ਉਹਨੇ ਬਿਲਕੁਲ ਹੀ ਨਹੀਂ ਲਿਆ। ਤੀਜਾ ਇਹਦੇ 'ਚ ਲੋੜ ਸੀ ਕਿ ਅਸੀਂ ਜਿਹੜੀ ਟੈਕਸ ਕਲੈਕਸ਼ਨ ਹੈ ਇਹਨੂੰ ਵਧਾਈਏ, ਪੈਸੇ ਜਿਹੜਾ ਖਜ਼ਾਨੇ 'ਚ ਆਉਣਾ ਹੈ ਉਹਦਾ, ਤੇ ਉਹਦੀ ਗਾਹਾਂ ਨਿਆਂ ਸੰਗਤ ਵੰਡ ਕਰੀਏ। ਇਹਦੇ ਉੱਤੇ ਕਲੈਕਸ਼ਨ ਦੇ ਉੱਤੇ ਸਿੱਧੂ ਬੋਲਿਆ, ਬਾਕੀ ਕਲੈਕਸ਼ਨ ਤੇ ਨਹੀਂ ਬੋਲੇ। ਸੰਯੁਕਤ ਸਮਾਜ ਮੋਰਚਾ ਜੋ ਕਲੈਕਸ਼ਨ ਬੋਲਿਆ ਉਹ ਜਾਇਜ਼ ਨਹੀਂ, ਉਹ ਐਵੇਂ ਗੱਲ ਹਵਾ 'ਚ ਹੀ ਹੈ। ਤੇ ਜਿਹੜੀ ਰੈਸ਼ਨਲ ਵੰਡ ਹੈ ਉਹਦੇ 'ਚ ਕੋਈ ਵੀ ਨਹੀਂ ਬੋਲਿਆ ਜੀ। ਨਿਆਂ ਸੰਗਤ, ਰੈਸ਼ਨਲ ਨਹੀਂ, ਬਲਕਿ ਮੈਂ ਕਹਾਂਗਾ ਤਰਕ ਸੰਗਤ ਹਰੇਕ ਹੀ ਕਹਿੰਦਾ ਹੈ। ਨਿਆਂ ਸੰਗਤ ਵੰਡ, ਨਿਆਂ ਸੰਗਤ ਵੰਡ ਦੇ ਉੱਤੇ ਕੋਈ ਨਹੀਂ ਬੋਲਿਆ। ਇਹ ਮੁੱਦੇ ਨੇ, ਇਹਨਾਂ ਮੁੱਦਿਆਂ ਦੇ ਸਾਹਮਣੇ ਜਿਹੜੀ ਬਦਲਾਅ ਵਾਲੀ ਵੋਟ ਹੈ ਉਹ ਇਹ ਮੁੱਦਿਆਂ ਨੂੰ ਫੋਕਸ ਕਰਨਾ ਚਾਹੁੰਦੀ ਹੈ। ਬਦਲਾਅ ਵਾਲੀ ਵੋਟ 3 ਚ ਪਹਿਲਾਂ ਡਿਵਾਈਡਡ ਸੀ। ਜਿੰਨਾ ਮਰਜੀ ਕਾਸਟ ਕੰਬੀਨੇਸ਼ਨ, ਜਿੰਨਾ ਮਰਜੀ ਰਿਲੀਜੀਅਸ ਕੰਬੀਨੇਸ਼ਨ, ਜਿੰਨੀਆਂ ਮਰਜੀ ਬੇਅਦਬੀਆਂ ਕਰਾ ਲੈਣ, ਚਾਹੇ ਉਹ ਅੰਮ੍ਰਿਤਸਰ ਕਰਾਉਣ, ਚਾਹੇ ਕਪੂਰਥਲੇ ਕਰਾਉਣ, ਚਾਹੇ ਕਾਲੀ ਦੇਵੀ ਦੇ ਮੰਦਿਰ ਚ ਕਰਾਉਣ, ਜੋ ਮਰਜੀ ਇਹ ਕਰ ਲੈਣ, ਉਹਨਾਂ ਦੇ ਨਾਲ ਵੋਟ ਪ੍ਰਭਾਵਿਤ ਉਸ ਤਰੀਕੇ ਨਾਲ ਅਜੇ ਤੱਕ ਨਹੀਂ ਹੋਈ। ਤੇ ਨਾ ਹੋਣ ਦੀ ਸੰਭਾਵਨਾ, ਕੋਈ ਐਡੀ ਵੱਡੀ ਘਟਨਾ ਹੋ ਜਾਏ ਤਾਂ ਵੱਖਰੀ ਗੱਲ ਹੈ। ਇਹ ਭੁੱਲਰ ਸਾਹਿਬ ਨੂੰ ਰਿਹਾਈ ਕਰ ਦੇਣ, ਉਹ ਤਾਂ ਉਹਨਾਂ ਦਾ ਰਾਈਟ ਹੈ। ਤੁਸੀਂ ਐਵੇਂ ਧੱਕੇ ਨਾਲ ਅੰਦਰ ਰੱਖੀਏ। ਜੇ ਤੁਸੀਂ ਅਜੇ ਮਿਸ਼ਰਾ ਨੂੰ, ਆਸ਼ੀਸ਼ ਮਿਸ਼ਰਾ ਨੂੰ ਤਾਂ ਤੁਸੀਂ ਬੇਲ ਦਵਾ ਦਿੰਦੇ ਹੋ, ਜਿਹਨੇ ਇੰਨੇ ਡਰ ਕੇ ਮਾਰਤੇ। ਉਹ ਬੰਦੇ ਦੀ ਸਜ਼ਾ ਪੂਰੀ ਹੋਈ, ਤੁਸੀਂ ਕਿੰਨੀ ਸਿੱਖ ਕੈਦੀ ਰੱਖੇ ਹੋਏ ਨੇ, ਜੇ ਛੱਡ ਵੀ ਦੋਗੇ ਤਾਂ ਕਿਹੜੀ ਵੱਡੀ ਗੱਲ ਹੈ। ਛੱਡਣਾ ਚਾਹੀਦਾ ਸੀ, ਇਹ ਤਾਂ ਉਹਨਾਂ ਦਾ ਰਾਈਟ ਸੀ। ਸੋ ਇਹ ਜੋ ਮਰਜੀ ਮੁੱਦੇ ਉਭਾਰ ਲੈਣ, ਕਾਸਟ ਦੇ ਉਭਾਰ ਲੈਣ, ਇਹ ਸਿੱਖ ਧਰਮ ਦੇ ਉਭਾਰ ਲੈਣ, ਹਿੰਦੂ ਧਰਮ ਦੇ ਉਭਾਰ ਲੈਣ, ਇਹ 'ਚ ਕਾਮਯਾਬ ਨਹੀਂ ਹੁੰਦੇ। ਤੇ ਬਦਲਾਅ ਵਾਲੀ ਵੋਟ ਜਿਹੜੀ ਹੈ ਹੁਣ, ਉਹਨੂੰ ਸਪਸ਼ਟ ਰਸਤਾ ਮਿਲ ਗਿਆ ਮੇਰੇ ਹਿਸਾਬ ਨਾਲ ਤਾਂ, ਵੀ ਚੱਲ ਠੀਕ ਹੈ ਯਾਰ, ਆ ਦੋ ਪਾਸਿਆਂ ਤੋਂ, ਬਾਕੀਆਂ ਤੋਂ ਤਾਂ ਹੁਣ ਹੈ ਨਹੀਂ ਕੋਈ ਉਮੀਦ, ਆਸ ਨਹੀਂ ਕੋਈ। ਉਹਦੇ ਵਿੱਚੋਂ ਉਹ ਤੀਜੇ ਪਾਸੇ ਨੂੰ ਜਾਣ ਵਾਸਤੇ ਉਹਨਾਂ ਨੂੰ ਕਲੀਅਰ ਮਤਲਬ ਮਿਲ ਗਈ। ਔਰ ਬਦਲਾਅ ਵਾਲੀ ਵੋਟ ਡਿਟਰਮਿੰਡ ਹੈ ਵੀ ਆਪਾਂ ਬਦਲਾਅ ਤਾਂ ਕਰਨਾ ਹੈ, ਔਰ ਬਦਲਾਅ ਬਿਨਾਂ ਸਰਨਾ ਵੀ ਨਹੀਂ। ਇੱਕ ਲਾਸਟ ਗੱਲ ਕਹਿ ਕੇ ਆਪਣੀ ਗੱਲ ਖਤਮ ਕਰ ਰਿਹਾ। ਇੱਕ ਉਮੀਦ ਵੱਡੀ ਹੋਰ ਹੈ ਮੈਨੂੰ, ਜਿਹੜੀ ਰੁੰਦੂ ਸਿੰਘ ਨੇ ਛੱਡਿਆ ਅੱਜ ਤੇ ਉਹ ਕੈਂਡੀਡੇਟ ਵਿਦਡਰਾ ਕਰਿਆ ਹੈ, ਕਿ ਸੰਯੁਕਤ ਕਿਸਾਨ ਮੋਰਚਾ, ਸਮਾਜ ਮੋਰਚਾ ਨਹੀਂ ਮੈਂ ਕਹਿ ਰਿਹਾ, ਸੰਯੁਕਤ ਕਿਸਾਨ ਮੋਰਚਾ ਮੁੜ ਕੇ ਇਕੱਠਾ ਹੋ ਰਿਹਾ ਹੈ। ਤੇ ਉਹ ਮੁੜ ਕੇ ਲਹਿਰ ਉਸਾਰੇਗਾ, ਭਾਵੇਂ ਉਸਾਰਨੀ ਔਖੀ ਹੈ। ਉਹ ਮੁੜ ਕੇ ਉਹ ਲਹਿਰ ਉਸਾਰ ਕੇ ਇਹ ਮੂਵਮੈਂਟ ਪੰਜਾਬ ਨੂੰ ਅੱਗੇ ਲਿਜਾਉਣ ਵਾਲੀ ਉਹ ਲੈ ਕੇ ਜਾਏਗਾ ਜੀ। ਇਹ ਜਿਹੜੇ ਦੋਸਤ ਤੇ ਦਰਸ਼ਕ ਸਾਡੇ ਨਾਲ ਜੁੜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਦੋਸਤੋ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਸੱਜਣ ਮੀਡੀਆ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਸਾਡੇ ਦਰਸ਼ਕਾਂ ਨੂੰ ਬੜੇ ਵਿਸਥਾਰ ਦੇ ਵਿੱਚ ਪੰਜਾਬ ਦੀ ਕੀ ਸਥਿਤੀ ਹੈ ਰਾਜਸੀ, ਕੀ ਹੋਣਾ ਚਾਹੀਦਾ, ਕੀ ਨਹੀਂ ਹੋ ਰਿਹਾ, ਤੇ ਕਿੱਧਰ ਨੂੰ ਇਸ ਵੇਲੇ ਜਿਹੜੀ ਹੈ ਸਿਆਸਤ, ਜਿਹੜੀ ਹੈ ਰਾਜਨੀਤੀ ਜਿਹੜੀ ਹੈ ਪੰਜਾਬ 'ਚ ਵੱਧ ਰਹੀ ਹੈ, ਇਹਦੇ ਬਾਰੇ ਜਾਣਕਾਰੀ ਦਿੱਤੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।